ਧੰਨ ਵਾਹਿਗੁਰੂ। ਸਤਿਗੁਰ ਆਇਓ ਸਰਣ ਤੁਹਾਰੀ, ਮਿਲੇ ਸੋਗ ਨਾਮ ਹਰ ਸੋਭਾ। चिंता लाहे हमारी, अवरना सूझे दूजी ठाहर। हार पर्यो तो द्वारी, लिखा सोड लिखे सुटे। हम निर्गुण लिहो हारी, सदभग संत सदा मेहरबाना। सबना दे आधारी, नानक दास संत पाछे परयो। राख लियो वारी, राख लियो वारी। सतगुर राख लियो वारी, राख लियो वारी, राख लियो वारी। लियो वारी, राख लियो वारी, लियो वारी, राख लियो वारी। राख लियो वारी, राख लियो, राख लियो वारी, राख लियो वारी। राख लियो वारी, सरनी आया नू, राख लियो वारी, सरनी आया नू। राख लियो वारी, राख लियो वारी।
ਰੱਖ ਲਿਓ ਇਹ ਵਾਰੀ, ਰੱਖ ਲਿਓ ਇਹ ਵਾਰੀ, ਲਿਓ ਇਹ ਵਾਰੀ, ਰੱਖ ਲਿਓ ਇਹ ਵਾਰੀ। ਰੱਖ ਲਿਓ ਇਹ ਵਾਰੀ ਸਰਨੀ ਆਇਆ ਨੂੰ, ਲਿਓ ਇਹ ਵਾਰੀ ਸਰਨੀ ਆਇਆ ਨੂੰ। ਨਾਨਕ ਦਾ ਸੰਤ ਪਾਸੇ ਪਰਿਓ ਰੱਖ ਲਿਓ ਇਹ ਵਾਰੀ। ਪਰਮ ਤੇ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਕਾਫੀ ਸਮੇਂ ਤੋਂ ਲੈ ਕੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਬੈਠ ਕੇ ਸਤਿਗੁਰਾਂ ਦੀ ਪਾਵਨ ਬਾਣੀ ਦਾ ਜੋ ਲਾਹਾ ਹੈ ਉਹ ਪ੍ਰਾਪਤ ਕਰ ਰਹੇ ਹੋ। ਬੜਾ ਹੀ ਆਨੰਦ ਵਾਲਾ ਸਮਾਂ ਬਣਿਆ ਹੋਇਆ ਹੈ। ਦਰਗਾਹੀ ਹਾਜ਼ਰੀਆਂ ਲੱਗ ਰਹੀਆਂ ਨੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ। ਅੰਮ੍ਰਿਤ ਵੇਲੇ ਤੋਂ ਮਹਾਨ ਜਪ ਤਪ ਜਿੱਥੇ ਸੁਖਨੀ ਸਾਹਿਬ ਦਾ ਜਪ ਤਪ ਚੱਲ ਰਿਹਾ ਹੈ, ਉੱਥੇ ਨਾਲ ਹੀ ਸ੍ਰੀ ਅਖੰਡ ਪਾਠ ਸਾਹਿਬ ਮਹਾਂਪੁਰਖਾਂ ਦੇ ਯਾਦ ਅੰਦਰ ਜੋ ਲੜੀਵਾਰ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਏ ਹਨ। ਬਾਣੀ ਦਾ ਵੀ ਆਨੰਦ ਚੱਲ ਰਿਹਾ ਹੈ ਅਤੇ ਮਹਾਨ ਕੀਰਤਨ ਦਾ ਵੀ ਆਨੰਦ ਵਰਤ ਰਿਹਾ ਹੈ। ਆਓ ਸਾਰੇ ਆਪਾਂ ਗੁਰੂ ਸਾਹਿਬ ਜੀਆਂ ਦੀ ਪਾਵਨ ਗੋਦ ਅੰਦਰ ਸਜੇ ਹਾਂ। ਆਪਣੇ ਆਪਣੇ ਖਿਆਲਾਂ ਨੂੰ ਬਾਹਰਲੇ ਪਾਸਿਓਂ ਰੋਕਦੇ ਹੋਏ, ਬੁਰੇ ਫੁਰਨਿਆਂ ਪਾਸੋਂ ਰੋਕਦੇ ਹੋਏ ਸਤਿਗੁਰਾਂ ਦੀ ਪਾਵਨ ਪਵਿੱਤਰ ਸੰਗਤ ਵਿੱਚ ਜਿਸ ਵਸਤੂ ਨੂੰ ਖਰੀਦਣ ਵਾਸਤੇ ਆਏ ਹਾਂ, ਜਿਸ ਵੱਖਰ ਅੱਗੇ ਤੋਂ ਬਣਜਾਰੇ, ਜਿਸ ਵੱਖਰ ਦੇ ਆਪਾਂ ਵਸਤੂ ਨੂੰ ਖਰੀਦਣ ਵਾਸਤੇ ਆਏ ਹਾਂ, ਜਿਸ ਵਸਤੂ ਦਾ ਇਸ ਮਾਤ ਲੋਕ ਦੇ ਬਿਜ਼ਨਸ ਕਰਨ ਆਏ ਹਾਂ, ਉਹ ਟਿਕਾਣੇ 'ਤੇ ਆਪਾਂ ਪਹੁੰਚ ਚੁੱਕੇ ਹਾਂ। ਕਿਉਂਕਿ ਟਿਕਾਣਾ ਹੈ ਸੰਤ ਮਹਾਤਮਾ ਲੋਕ, ਸਾਧੂ ਲੋਕ, ਜਿੱਥੇ ਗੁਰੂ ਦੀ ਮਹਿਮਾ ਹੁੰਦੀ ਹੈ, ਸਤਿਗੁਰਾਂ ਦਾ ਸਿਮਰਨ ਹੁੰਦਾ ਹੈ। ਅਕਾਲ ਪੁਰਖ ਵਾਹਿਗੁਰੂ ਦੀ ਪਾਵਨ ਵਡਿਆਈ ਸਾਧੂ ਦੇ ਰਸਨਾ ਤੋਂ ਹੋਵੇ, ਉੱਥੇ ਫਿਰ ਅਸਲੀ ਵਪਾਰ ਹੁੰਦਾ ਹੈ। ਇਹ ਵਪਾਰ ਬਿਰਲਾ ਵਪਾਰ ਹੈ। ਇਹ ਜਿਹੜਾ ਵਪਾਰ ਹੈ ਨਾ, ਨਾਮ ਰਾਮ ਨਾਮ ਸੰਤਨ ਕਰ ਪਾਇਆ। ਰਾਮ ਦਾ ਜਿਹੜਾ ਨਾਮ ਹੈ ਉਹ ਸੰਤਾਂ ਦੇ ਘਰੋਂ ਹੀ ਪ੍ਰਾਪਤ ਹੁੰਦਾ ਹੈ। ਸੰਤਾਂ ਦਾ ਘਰ ਵੀ ਸਾਨੂੰ ਮਿਲ ਗਿਆ।
ਮਹਾਂਪੁਰਖ ਵੀ ਸਾਨੂੰ ਸੰਪੂਰਨ ਮਿਲ ਗਏ, ਪੂਰਨ ਕਮਾਈ ਵਾਲੇ। ਅਤੇ ਹੁਣ ਬਿਜ਼ਨਸ ਵਪਾਰੀ ਆਪਾਂ ਨੇ ਬਣਨਾ। ਵੱਖਰ ਦੀ ਜਿਹੜੀ ਵਸਤੂ ਦੀ ਖਰੀਦ ਹੈ ਉਹ ਆਪਾਂ ਨੇ ਕਰਨੀ ਹੈ। ਮਹਾਰਾਜ ਕਹਿੰਦੇ ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ। ਮਹਾਰਾਜ ਕਹਿੰਦੇ ਰਾਮ ਦਾ ਨਾਮ ਸੰਤਾਂ ਦੇ ਘਰੋਂ, ਮਹਾਂਪੁਰਸ਼ਾਂ ਦੇ ਘਰੋਂ ਪ੍ਰਾਪਤੀ ਹੁੰਦੀ ਹੈ। ਰਾਜੇ ਭਗਵਾਨ ਲਿਖੋ ਮਨ ਮੋਲ। ਕਹਿੰਦੇ ਅਭਿਮਾਨ ਤਿਆਗਣਾ ਪੈਣਾ, ਮਨ ਦਾ ਮਾਣ, ਮਨ ਦੀ ਖੋਮੇ ਤਿਆਗਣੀ ਪੈਣੀ ਹੈ। ਤਾਂ ਜੇ ਭਗਵਾਨ ਲਿਖੋ ਮਨ ਮੋਲ, ਰਾਮ ਨਾਮ ਹਿਰਦੈ ਮੈਂ ਤੋਲ। ਕਹਿੰਦੇ ਫਿਰ ਰਾਮ ਦਾ ਨਾਮ ਹਿਰਦੇ 'ਚ ਤੋਲਿਆ ਜਾਵੇਗਾ। ਜੇ ਹਿਰਦੇ ਰੂਪੀ ਤੱਕੜੀ 'ਚ ਮਾਣੇ ਤੋਲੀ ਗਿਆ, ਹੰਕਾਰੇ ਤੋਲੀ ਗਿਆ, ਫਿਰ ਉੱਥੇ ਨਾਮ ਨਹੀਂ ਤੋਲਿਆ ਜਾਣਾ। ਇੱਕੋ ਹੀ ਵਸਤੂ ਤੋਲੀ ਜਾਣੀ ਹੈ। ਜਾਂ ਤਾਂ ਉਹਦੇ ਵਿੱਚ ਹੋਮੇ ਤੋਲੀ ਜਾਣੀ ਹੈ, ਹੰਕਾਰੇ ਤੋਲਿਆ ਜਾਣਾ ਹੈ, ਜਾਂ ਹੰਕਾਰ ਨੂੰ ਤਿਆਗ ਕੇ, ਹੋਮੇ ਨੂੰ ਤਿਆਗ ਕੇ ਉਹ ਤੱਕੜੀ ਦੇ ਵਿੱਚ ਬਿਨ ਨਾਮ ਦਾ ਤੋਲ ਖੋਣੇ। ਪਰ ਇਹ ਸੋਝੀ ਮਹਾਂਪੁਰਸ਼ਾਂ ਕੋਲੋਂ ਮਿਲਦੀ ਹੈ, ਗੁਰਮੁਖਾਂ ਕੋਲੋਂ ਮਿਲਦੀ ਹੈ। ਜਿਨ੍ਹਾਂ ਮਹਾਂਪੁਰਸ਼ਾਂ ਦੇ ਸਥਾਨ 'ਤੇ ਬੈਠਿਆਂ, ਕਿਉਂਕਿ ਉਹਨਾਂ ਨੇ ਸਾਰੀ ਉਮਰ ਹੀ ਤੋਲਿਆ ਹੈ। ਉਹ ਰਾਮ ਦੇ ਨਾਮ ਦੇ ਹੀ ਵਪਾਰੀ ਬਣੇ ਹੋਏ ਸਨ। ਵੱਖਰ ਤੋਂ ਭਾਵ ਕੀ ਹੈ? ਵਸਤੂ। ਜਿਸ ਵੱਖਰ ਕੋ ਲੈਣ ਤੂੰ ਆਇਆ, ਜਿਸ ਵਸਤੂ ਕੋ ਇਸ ਮਾਤ ਲੋਕ 'ਤੇ ਜਨਮ ਧਾਰਨ ਕਰਕੇ, ਸਰੀਰ ਧਾਰਨ ਕਰਕੇ ਤੂੰ ਆਇਆ ਕਿ ਉਸ ਰਾਮ ਦੇ ਨਾਮ ਦਾ ਵਪਾਰ ਕਰ। ਪਹਿਲਾਂ ਵੀ ਸ਼ਬਦ ਪੜ੍ਹਿਆ ਜਾ ਰਿਹਾ ਸੀ, ਕਰ ਬੰਦੇ ਤੂੰ ਬੰਦਗੀ ਜੀ ਚਿਰ ਕਟ ਮਹਿ ਸਾਹੋ ਸਾਹ। ਜਿਵੇਂ ਜਿਵੇਂ ਸਾਹ ਚੱਲਦੇ ਨੇ ਉਸੇ ਤਰ੍ਹਾਂ ਹੀ ਬੰਦਗੀ ਕਰ। ਉਠਤ ਬੈਠਤ ਸੋਭਤ ਜਾਗਤ, ਇਹ ਮਨ ਤੁਝੇ ਚਿਤਾਰੇ। ਉਹਦਾ ਉੱਠਦਾ ਵੀ ਅਤੇ ਬਹਿੰਦਾ ਵੀ ਅਤੇ ਸੌਂਦਾ ਵੀ ਅਤੇ ਜਾਗਦਾ ਵੀ। ਹਰੀ ਦੇ ਨਾਮ ਨੂੰ ਚੇਤੇ ਰੱਖ। ਪਰਮੇਸ਼ਰ ਦੀ ਬੰਦਗੀ ਨਾਲ ਜੁੜ ਕੇ ਆਏ, ਤੂੰ ਬੰਦਗੀ ਕਰਨ ਵਾਸਤੇ ਹੈ। ਜੇ ਬੰਦਗੀ ਹੈ ਤਾਂ ਬੰਦਾ ਹੈ, ਨਹੀਂ ਤਾਂ ਫਿਰ ਉਹ ਵਸਤੂਆਂ ਲਿਖ ਦਿੱਤੀਆਂ। ਨਖਿੱਧ ਜੇ ਸ਼ਬਦ ਲਿਖਤੇ ਮਹਾਰਾਜ ਨੇ, ਕਹਿੰਦੇ ਨਹੀਂ ਤਾਂ ਫਿਰ ਗੰਦਗੀ ਤੋਂ ਵੀ ਗੰਦਾ ਹੈ। ਬੋਲੋ ਸਤਿਨਾਮ। ਬੰਦਾ ਹੋ ਕੇ ਜੇ ਬੰਦਗੀ ਨਾ ਕੀਤੀ, ਐਵੇਂ ਬੰਦਾ ਖਵਾਉਣ ਦਾ ਕੀ ਫਾਇਦਾ? ਫਿਰ ਬੰਦਾ ਖਵਾਉਣ ਦਾ ਫਾਇਦਾ ਨਹੀਂ ਹੈ ਕੋਈ, ਜੇ ਬੰਦਿਆਂ ਵਾਲੇ ਕੰਮ ਹੀ ਨਹੀਂ ਹੋਏ। ਇਨਸਾਨ ਬਣ ਕੇ ਜੇ ਦੁਨੀਆ 'ਤੇ ਆ ਗਿਆ, ਜਿਸ ਇਨਸਾਨ ਬਣ ਕੇ ਦੁਨੀਆ 'ਤੇ ਮਾਤ ਗਰਭ ਦੇ ਵਿੱਚੋਂ ਪੈਦਾ ਹੋ ਕੇ ਸੰਸਾਰ ਵਿੱਚ ਸਾਂਝ ਬਣੇ ਗਈ, ਤਾਂ ਸੰਸਾਰ ਵਿੱਚ ਸਾਂਝ ਦੇ ਨਾਲ ਜਿੱਥੇ ਪੁੱਤਰ ਧੀਆਂ ਦੀ ਸਾਂਝ ਹੈ, ਜਿੱਥੇ ਜਾਇਦਾਦਾਂ ਦੀ ਸਾਂਝ ਹੈ, ਬੇਅੰਤ ਨੌਕਰੀਆਂ ਚਾਕਰੀਆਂ ਦੇ ਖਿਆਲ ਵਿੱਚ ਤੁਰਿਆ ਫਿਰਦਾ ਹੈ, ਉੱਥੇ ਥੋੜ੍ਹਾ ਥੋੜ੍ਹਾ ਪਰਮੇਸ਼ਰ ਵਾਹਿਗੁਰੂ ਦੇ ਨਾਮ ਅੰਦਰ ਵੀ ਜੁੜ ਜਾ। ਨਾਮਦੇਵ ਜੀ ਦਾ ਵੀ ਕੱਲ੍ਹ ਸੁਣਿਆ ਸੀ ਤੁਸੀਂ, ਪਰਸੋਂ। ਨਮਕ ਹੈ ਤ੍ਰਿਲੋਚਨਾ ਮੁਖ ਤੇ ਰਾਮ ਸੁਮਾਦ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਮਨ ਨੂੰ ਕੋਈ ਕੰਮ ਨਹੀਂ ਹੈ। ਮਨ ਸਿਰਫ ਇੱਕੋ ਹੀ ਕੰਮ ਕਰ ਸਕਦਾ ਹੈ ਕਿ ਉਹ ਬੰਦਗੀ ਕਰ ਸਕਦਾ ਹੈ, ਸਿਮਰਨ ਕਰ ਸਕਦਾ ਹੈ। ਹੱਥਾਂ ਨਾਲ ਬੇਅੰਤ ਸੇਵਾ ਹੋ ਸਕਦੀ ਹੈ, ਘਰ ਦੇ ਕੰਮ ਵੀ ਹੋ ਸਕਦੇ ਨੇ, ਗੁਰੂ ਘਰ ਦੀ ਸੇਵਾ ਵੀ ਹੋ ਸਕਦੀ ਹੈ। ਅਤੇ ਸਾਧ ਸੰਗਤ ਜੀ, ਬੇਅੰਤ ਕਿਰਤ ਹੈ ਹੱਥਾਂ ਤੋਂ। ਬੇਅੰਤ
ਇੱਥੇ ਵਾਚਿਆ ਨਹੀਂ ਜਾ ਸਕਦਾ ਵੀ ਹੱਥ ਕਿੰਨਾ ਕੁ ਕੰਮ ਕਰ ਜਾਂਦੇ ਨੇ, ਕਿੰਨੇ ਕੁ ਕਰਮ ਨੇ ਹੱਥ ਦੇ। ਪੈਰਾਂ ਦੇ ਨਾਲ ਚੱਲ ਕੇ ਬੜੇ ਕਰਮ ਹੋ ਸਕਦੇ ਨੇ। ਚਰਨ ਸਰਨ ਗੁਰ ਏਕ ਪਿੰਡਾ ਜਾਏ ਚੱਲ, ਸਤਿਗੁਰ ਕੋਟ ਪਿੰਡਾ ਅੱਗੇ ਹੋਏ ਲੇਤ ਹੈ। ਦੇਖੋ, ਜੇ ਕਿਤੇ ਸ਼ਰਨ ਦੇ ਵਿੱਚ ਆਪਾਂ ਗੁਰੂ ਦੇ ਚਰਨਾਂ ਦੀ ਸ਼ਰਨ ਲੈਣੀ ਹੋਵੇ, ਸਤਿਗੁਰੂ ਦੇ ਦੁਆਰੇ 'ਤੇ ਜਾਣਾ ਹੋਵੇ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨੇ ਹੋਣ, ਅਤੇ ਉਹ ਸ਼ਰਨ ਵਿੱਚ ਜਾਣ ਵਾਸਤੇ ਇੱਕ ਇੱਕ ਕਦਮ ਦਾ ਵੀ ਬਹੁਤ ਵੱਡਾ ਫਲ ਹੈ। ਚਰਨ ਸਰਨ ਗੁਰ ਏਕ ਪਿੰਡਾ ਜਾਏ ਚੱਲ। ਏਕ ਪਿੰਡਾ ਦੇ ਗੁਰਮੁਖੋ ਇੱਕ ਕਦਮ। ਹੁਣ ਆਪਾਂ ਘਰੋਂ ਚੱਲ ਕੇ ਆਇਆ, ਕਿੰਨੀਆਂ ਕਰਮਾਂ ਹੋ ਗਈਆਂ ਹੋਣਗੀਆਂ, ਕੋਈ ਗਿਣ ਕੇ ਦੇਖ ਲਿਓ, 500 ਹੋ ਗਈ ਹੋਣੀ ਹੈ, 1000 ਹੋ ਗਈ ਹੋਣੀ ਹੈ, ਵੱਧ ਹੋ ਗਈ ਹੋਣੀ ਹੈ। ਪਰ ਇੱਕ ਇੱਕ ਕਦਮ ਦਾ ਫਲ ਮਹਾਰਾਜ ਕਹਿੰਦੇ ਬੜਾ ਮਹਾਨ ਹੈ। ਸਤਿਗੁਰੂ ਕਹਿੰਦੇ ਸਿੱਖਾ ਤੇਰੀ ਇੱਕ ਕਦਮ ਦਾ ਫਲ ਸਤਿਗੁਰੂ ਕਿੰਨਾ ਕਿੰਨਤ ਹੈ। ਕਹਿੰਦੇ ਅੱਗੇ ਹੋ ਕੇ ਮਹਾਰਾਜ ਕਰੋੜਾਂ ਕਦਮ ਪੱਟ ਕੇ ਆਉਂਦੇ ਨੇ ਅੱਗੇ ਤੋਂ ਸਿੱਖ ਨੂੰ ਲੈਣ ਵਾਸਤੇ। ਸਿੱਖਾ ਤੇਰਾ ਪ੍ਰੇਮ ਇੰਨਾ ਬਣ ਜਾਂਦਾ ਹੈ। ਭਾਈ ਗੁਰਦਾਸ ਜੀ ਆਪਣੀਆਂ 12 ਵਿੱਚ ਲਿਖਦੇ ਨੇ, ਸਤਿਗੁਰ ਕੋਟ ਪਿੰਡਾ ਅੱਗੇ ਲੈਣ ਆਉਂਦੇ ਨੇ, ਸਿੱਖਾ ਤੇਰਾ ਪ੍ਰੇਮ ਦੇਖ ਕੇ। ਕੋਟ ਪਿੰਡਾ ਅੱਗੇ ਲੈਣ ਆਉਂਦੇ ਨੇ, ਸਿੱਖਾ ਤੇਰਾ ਪ੍ਰੇਮ ਦੇਖ ਕੇ। ਗੱਜ ਕੇ ਬੋਲਿਆ ਕਰੋ ਸਾਰੇ। ਕੋਟ ਪਿੰਡਾ ਅੱਗੇ ਲੈਣ ਆਉਂਦੇ ਨੇ, ਵੀ ਅੱਗੇ ਲੈਣ ਆਉਂਦੇ ਨੇ, ਸਿੱਖਾ ਤੇਰਾ ਪ੍ਰੇਮ ਦੇਖ ਕੇ। ਕੋਟ ਪਿੰਡਾ ਅੱਗੇ ਲੈਣ ਆਉਂਦੇ ਨੇ, ਸਿੱਖਾ ਤੇਰਾ ਪ੍ਰੇਮ ਦੇਖ ਕੇ। ਸਿੱਖਾ ਤੇਰਾ ਜੀ ਪ੍ਰੇਮ ਦੇਖ ਕੇ, ਸਿੱਖਾ ਤੇਰਾ ਵੇ ਪ੍ਰੇਮ ਦੇਖ ਕੇ। ਕੋਟ ਪਿੰਡਾ ਅੱਗੇ ਲੈਣ ਆਉਂਦੇ ਨੇ, ਸਿੱਖਾ ਤੇਰਾ ਪ੍ਰੇਮ ਦੇਖ ਕੇ। ਕੋਟ ਪਿੰਡਾ ਅੱਗੇ ਲੈਣ ਆਉਂਦੇ ਨੇ, ਸਿੱਖਾ ਤੇਰਾ ਪ੍ਰੇਮ ਦੇਖ ਕੇ।
ਜਦੋਂ ਸਿੱਖ ਦੇ ਅੰਦਰ ਆਸਥਾ ਬਣ ਜਾਵੇ, ਭਾਵਨਾ ਪ੍ਰੇਮ ਬਣ ਜਾਵੇ, ਫਿਰ ਮੇਰੇ ਸਤਿਗੁਰੂ ਜੀ ਬੜੇ ਸਿੱਖ ਦੇ ਪ੍ਰੇਮ ਨੂੰ ਪੂਰਾ ਕਰ ਜਾਂਦੇ ਨੇ। ਕਿਤੇ ਸਰਦਾ ਬਣ ਜੇ, ਆਸਥਾ ਬਣ ਜੇ, ਕਿਤੇ ਚੱਲ ਪਵੇ ਵੀ ਹਾਂ ਮੈਨੂੰ ਸਤਿਗੁਰੂ ਦੇ ਦਰਸ਼ਨ ਹੋ ਜਾਣ, ਮੈਂ ਸਤਿਗੁਰਾਂ ਦੀ ਸ਼ਰਨ ਵਿੱਚ ਪੈ ਜਾਵਾਂ। ਚਰਨ ਸਰਨ ਗੁਰ ਏਕ ਪਿੰਡਾ ਜਾਈ ਚੱਲ, ਸਤਿਗੁਰ ਕੋਟ ਪਿੰਡਾ ਅੱਗੇ ਹੋਏ ਲੇਤ ਨੇ। ਹਾਂ ਜੇ ਚਲਿਆ ਵੀ ਗਿਆ ਨਾ ਭਾਵ ਨਹੀਂ, ਭਗਤ ਅਗਰ ਕੌਡੀ ਭਾਵ ਅਗਰ ਭਾਗ ਰੱਖੇ, ਸਤਿਗੁਰ ਸਰਬ ਨਿਧਾਨ ਦਾਨ ਦੇਤ ਹੈ। ਭਾਵਨੀ ਦੇ ਨਾਲ, ਸਰਦਾ ਦੇ ਨਾਲ ਸਿੱਖ ਗੁਰੂ ਕੋਲੇ ਇੱਕ ਕੌਡੀ ਦਾ ਵੀ ਮੱਥਾ ਟੇਕਦੇ। ਇੱਕ ਕੌਡੀ ਮਹਾਰਾਜ ਕਹਿੰਦੇ ਉਹ ਭਾਵਨਾ ਦੇ ਨਾਲ ਰੱਖੀ ਹੋਈ ਕੌਡੀ ਦਾ ਹਰਜਾਨਾ ਕੀ ਮੋੜਦੇ ਨੇ ਸਤਿਗੁਰੂ, ਦਾਨ ਕੀ ਦਿੰਦੇ ਨੇ, ਦਾਤ ਕੀ ਦਿੰਦੇ ਨੇ। ਸਤਿਗੁਰ ਸਰਬ ਨਿਧਾਨ ਦਾਨ ਦੇਤ ਹੈ। ਸਰਬ ਨਿਧਾਨ ਤੋਂ ਭਾਵ ਸਭ ਖਜ਼ਾਨੇ ਬੇਅੰਤ ਬਰਕਤਾਂ ਦੇ ਦਿੰਦੇ ਨੇ ਸਤਿਗੁਰੂ ਜੀ। ਕਿਤੇ ਭਾਵਨਾ ਹੋਵੇ ਮਨ ਵਿੱਚ, ਭਾਵਨੇ ਭਗਤ ਕੌਡੀ ਅਗਰ ਭਾਗ ਰੱਖੇ, ਸਤਿਗੁਰ ਸਰਬ ਨਿਧਾਨ ਦਾਨ ਦੇਤ ਹੈ। ਸਰਬ ਨਿਧਾਨ, ਨਿਧਾਨ ਤੋਂ ਭਾਵ ਖਜ਼ਾਨਾ, ਸਾਰੇ ਹੀ ਖਜ਼ਾਨੇ ਦੇ ਦਿੰਦਾ ਮਹਾਰਾਜ ਸੱਚੇ ਪਾਤਸ਼ਾਹ। ਪਰ ਸਿੱਖ ਦੇ ਅੰਦਰੋਂ ਭਾਵਨਾ ਜਾਗੇ, ਭਾਵਨਾ ਦੇ ਨਾਲ ਸਾਧ ਸੰਗਤ ਜੀ ਚੱਕ ਕੇ ਕੌਡੀ ਵੀ, ਇੱਕ ਪੈਸਾ ਵੀ, ਇੱਕ ਫੁੱਲ ਵੀ ਕਿਤੇ ਤੋੜ ਕੇ ਗੁਰੂ ਦੀ ਸ਼ਰਨ ਵਿੱਚ ਰੱਖ ਦੇਵੇ ਤੇ ਗੁਰੂ ਇੱਕ ਫੁੱਲ ਦਾ ਵੀ ਬਹੁਤ ਕੀਮਤ ਮੋੜਦਾ, ਸਿੱਖ ਨੂੰ ਰਜਾ ਦਿੰਦਾ। ਬੋਲੋ ਸਤਿਨਾਮ। ਆਪਾਂ ਬੜੇ ਪ੍ਰੇਮ ਨਾਲ, ਬੜੀ ਸ਼ਰਧਾ ਨਾਲ ਕਈ ਦਿਨ ਤੋਂ ਲਗਾਤਾਰ, ਕਾਫੀ ਦਿਨ ਹੋ ਗਏ, 30 ਦਿਨ ਲਗਾਤਾਰ ਤਕਰੀਬਨ ਆਪਾਂ ਨੂੰ ਹੋ ਚੱਲੇ ਨੇ। 5-7 ਦਿਨ 10 ਦਿਨ ਹੋਰ ਹੋਣਗੇ, ਬਾਲੇ ਤੋਂ ਬਾਲੇ। ਸਤਿਗੁਰੂ ਕਿਰਪਾ ਕਰਨ, ਰਹਿਮਤਾਂ ਕਰਨ ਕਿ ਸਤਿਗੁਰੂ ਸਾਨੂੰ ਆਪਣੀ ਸੋਭਾ ਵਿੱਚ ਜੋੜਦੇ ਨੇ, ਵਡਿਆਈ ਵਿੱਚ ਜੋੜਦੇ ਨੇ। ਕਿਉਂਕਿ ਵਡਿਆਈ ਹੈ ਨਾਮ ਦੀ। ਇੱਥੇ ਕਿਸੇ ਵਿਅਕਤੀ ਦੀ ਵਡਿਆਈ ਨਹੀਂ ਹੈ, ਕਿਸੇ ਸਰੀਰ ਦੀ ਵਡਿਆਈ ਨਹੀਂ ਹੈ। ਜੇ ਸਰੀਰਾਂ ਦੀ ਉਪਮਾ ਹੋ ਰਹੀ ਹੈ ਤਾਂ ਨਾਮ ਕਰਕੇ ਹੀ ਹੋ ਰਹੀ ਹੈ। ਮਹਾਂਪੁਰਖਾਂ ਦੀ ਕੋਈ ਆਪਾਂ ਵਡਿਆਈ ਜੇ ਕਰਦੇ ਹਾਂ, ਬਾਬਾ ਜਗੀਰ ਸਿੰਘ ਦੀ ਕਰਦੇ ਹਾਂ, ਬਾਬਾ ਆਨੰਦ ਸਿੰਘ ਦੀ ਕਰਦੇ ਹਾਂ, ਬਾਬਾ ਜੱਸਾ ਸਿੰਘ ਦੀ ਕਰਦੇ ਹਾਂ, ਤਾਂ ਉਹਨਾਂ ਦੀ ਉਪਮਾ ਕਰਦੇ ਹਾਂ ਕਿ ਉਹਨਾਂ ਨੇ ਬੰਦਗੀ ਕੀਤੀ, ਸਿਮਰਨ ਕੀਤਾ। ਹੁਣ ਆਪਾਂ ਉਹਨਾਂ ਦੇ ਜ਼ਮੀਨ ਦੇ ਨੰਬਰ ਕਢਾਉਣ ਵਾਸਤੇ ਤਾਂ ਦਲੇਵਾਂ ਜਾਂਦੇ ਨੇ ਵੀ ਕਿੰਨੀ ਕੁ ਜ਼ਮੀਨ ਤੇ ਉਹਨਾਂ ਕੋਲੇ, ਕਿੱਡਾ ਕੁ ਵੱਡਾ ਘਰ ਸੀ ਉਹਨਾਂ ਕੋਲੇ। ਇੱਦਾਂ ਉਹ ਛੱਡ ਕੇ ਆਏ ਹੋਏ ਸੀ। ਬੋਲੋ ਸਤਿਨਾਮ। ਇੱਦਾਂ ਉਹਨਾਂ ਦੇ ਤਿਆਗ ਸੀ, ਕਿਉਂਕਿ ਘਰ ਦੇਣਾ ਤਾਂ ਉਹਨਾਂ ਨੇ ਕੀ ਸੀ, ਤਾਂ ਉੱਥੋਂ ਵੀ ਠੇਕੇ ਠੁਕੇ ਲੈ ਆਉਂਦੇ ਸੀ। ਐਡਾ ਕੱਟੜ ਸੁਭਾਅ ਸੀ ਮਹਾਂਪੁਰਖਾਂ ਦਾ, ਕਿਉਂਕਿ ਘਰ ਵਾਸਤੇ ਕੋਈ ਲਿਹਾਜ਼ ਨਹੀਂ ਹੈ। ਭੋਰਾ ਭੋਰਾ ਪੈਸਾ ਘਰੋਂ ਮੰਗ ਲੈਣਾ, ਜ਼ਮੀਨ 'ਚੋਂ ਮੰਗ ਲੈਣਾ, ਸਭ ਇੱਥੇ ਮਹਾਂਪੁਰਖਾਂ ਨੇ ਲਾਇਆ। ਆ ਜਿਹੜੇ ਸਥਾਨ 'ਤੇ ਆਪਾਂ ਬੈਠੇ ਹਾਂ, ਸਭ ਇੱਥੇ ਲੇਖਾ ਜੋਖਾ ਕਰ ਗਏ ਮਹਾਂਪੁਰਖ। ਕਿਉਂ? ਬੰਦਗੀ ਵਾਲੇ ਮਹਾਂਪੁਰਖਾਂ ਤੋਂ ਇਹੀ ਮਿਲਦਾ ਹੈ ਗੁਰਮੁਖੋ, ਇਹੀ ਮਹਾਂਪੁਰਖਾਂ ਤੋਂ ਸੇਧ ਮਿਲਦੀ ਹੈ ਕਿ ਜੋਗੀ ਜਤੀ ਸਦਾਵੈ ਜੁਗਤ ਨਾ ਜਾਣੈ, ਛੱਡ ਵਹਿ ਘਰ ਬਾਰ। ਘਰ ਬਾਰ ਛੱਡਿਆ ਵੀ
ਤੇ ਘਰ ਵਿੱਚ ਫੇਰ ਵੀ ਬੜਾ ਰਿਹਾ, ਛੱਡ ਵੀ ਦਿੱਤਾ ਤੇ ਫੇਰ ਵੀ ਉੱਥੋਂ ਨਾ ਨਿਕਲਿਆ। ਫਿਰ ਸਾਧ ਬਣਨ ਦਾ ਨਹੀਂ ਫਾਇਦਾ, ਫਿਰ ਜਤੀ ਸਦਾਉਣ ਦਾ, ਜੋਗੀ ਕਹਾਉਣ ਦਾ ਸਵਾਦ ਨਹੀਂ ਹੈ। ਫਿਰ ਤਾਂ ਲਕੀਰ ਮਾਰਤੀ, ਬਸ ਫਿਰ ਜਾ ਇਹ ਪਾਰ ਜਾਂ ਉਹ ਪਾਰ, ਜ਼ਿੰਦਗੀਆਂ ਲਾ ਜਾਂਦੇ ਨੇ ਮਹਾਂਪੁਰਸ਼। ਨਗਨ ਬਾਬਾ ਸਾਹਿਬਦਾਸ ਜੀ ਮਹਾਂਪੁਰਖ ਅਲੀ ਸ਼ੇਰ ਪਿੰਡ ਸੀ ਉਹਨਾਂ ਦਾ, ਮਾਨਸਾ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ। ਧਨੌਲੇ ਤੋਂ ਲੰਘ ਜਾਓ, ਭਿੱਖੀ ਨੂੰ ਜਾਂਦੇ ਹਾਂ ਜਦੋਂ ਇਹ ਰਾਜੀਆ ਬੰਧੇਰੇ ਪਿੰਡ ਆਉਂਦੇ ਨੇ, ਅਲੀ ਸ਼ੇਰਾ ਪਿੰਡ ਹੈ ਉਹ ਮਹਾਂਪੁਰਸ਼ਾਂ ਦਾ। ਅਲੀ ਸ਼ੇਰਾ ਤੋਂ ਜਦੋਂ ਵਿਰਾਗ ਲੱਗਿਆ ਉਹਨਾਂ ਦੇ ਮਨ ਨੂੰ, ਗੁਰੂ ਘਰ ਵੱਲ ਜੁੜਿਆ, ਗੁਰਸਿੱਖੀ ਵੱਲ ਜਾਂ ਬਾਣੀ ਵੱਲ ਜੁੜੇ। ਹੈਰਾਨ ਹੋਣ ਵਾਲੀ ਕਥਾ ਹੈ ਉਹਨਾਂ ਦੀ, ਕਿਉਂਕਿ ਬੜੇ ਜ਼ਿਮੀਂਦਾਰ ਘਰਾਣਾ ਹੈ, ਬਹੁਤ ਜ਼ਮੀਨ ਹੈ, ਜਾਇਦਾਦ ਹੈ ਬਾਬਾ ਸਾਹਿਬਦਾਸ ਜੀ ਦੇ ਘਰ। ਮੈਂ 2-3 ਵਾਰੀ ਉੱਥੇ ਕੀਰਤਨ ਕਰ ਚੁੱਕਿਆ ਬਾਬਾ ਜੀ ਦੇ ਨਗਰ 'ਚ ਅਲੀ ਸ਼ੇਰਾ। ਬੜਾ ਜੋੜ ਮੇਲਾ ਭਰਦਾ ਹੈ, ਮਾਲਵਾ ਦੁਆਬਾ ਮਾਝਾ ਬੜਾ ਜੁੜਦਾ ਹੈ। ਬੜੇ ਉੱਥੇ ਗਾਉਣ ਵਜਾਉਣ, ਢਾਡੀ ਰਾਗੀ ਸਾਰੇ ਤਰ੍ਹਾਂ ਦੇ ਕਲਾਕਾਰ ਉੱਥੇ ਆਉਂਦੇ ਨੇ। ਜਿਵੇਂ ਸਤਿਗੁਰ ਤੂੰ ਈਲਵਾਲ ਮਹਾਂਪੁਰਸ਼ਾਂ ਦੇ ਸਥਾਨ 'ਤੇ ਆਉਂਦੇ ਨੇ ਬੜੇ ਗਾਇਕ, ਹਰ ਤਰ੍ਹਾਂ ਦਾ ਉੱਥੇ ਸੰਗੀਤਕਾਰ, ਕੀਰਤਨੀਆਂ, ਹਰ ਪ੍ਰਕਾਰ ਕਰਕੇ ਉੱਥੇ ਗੁਰੂ ਦੀ ਸ਼ਰਨ ਵਿੱਚ ਜਾ ਕੇ, ਕਿਉਂਕਿ ਹੈ ਤਾਂ ਗੁਰੂ ਦੀ ਸ਼ਰਨ ਨੇ, ਹੈ ਤਾਂ ਗੁਰੂ ਨੇ ਨਮਸਕਾਰ। ਕੋਈ ਗੀਤ ਗਾ ਕੇ ਕਰ ਲੈਂਦਾ, ਕੋਈ ਸ਼ਬਦ ਗਾ ਕੇ ਕਰ ਲੈਂਦਾ, ਹੈ ਤਾਂ ਉਹਨਾਂ ਦੀ ਬੰਦਗੀ। ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾਹੂ, ਕਿਉਂਕਿ ਉਹਨਾਂ ਨੇ ਆਪ ਸਤਿਗੁਰ ਤੂੰ ਦੇ ਜਾਪ ਕੀਤਾ, ਸਤਿਗੁਰ ਤੂੰ, ਸਤਿਗੁਰ ਤੂੰ। ਅਸੀਂ ਚਲੇ ਜਾਂਦੇ ਉਹਨਾਂ ਕੋਲ, ਬਸ ਕੀਰਤਨ ਰਾਹੀਂ ਵੀ ਉਹਨਾਂ ਨੇ ਇਹੀ ਸ਼ਬਦ ਕਹਿਣਾ ਵੀ ਭਾਈ ਹੋਰ ਨਾ ਕੁਛ ਪੜ੍ਹਿਓ, ਇਹੀ ਜਾਪ ਰੱਖਿਓ, ਸਤਿਗੁਰ ਤੂੰ, ਸਤਿਗੁਰ ਤੂੰ, ਬਸ ਇਹੀ। ਜਿਵੇਂ ਵਾਹਿਗੁਰੂ ਵਾਹਿਗੁਰੂ, ਉਹਨਾਂ ਨੇ ਇਹੀ ਗੁਰਮੁਖੋ ਰਸਨਾ ਤੂੰ ਕਹਾਉਣਾ। ਕਈ ਵਾਰ ਗੁਰਬਾਣੀ ਤੋਂ ਸ਼ਬਦ ਸੁਣ ਵੀ ਲੈਂਦੇ ਸੀ, ਕਈ ਵਾਰ ਫਿਰ ਉਹਨਾਂ ਨੇ ਆਪਦੇ ਆਨੰਦ 'ਚ ਹੋ ਜਾਂਦੇ, ਗਾਲਾਂ ਗੂਲਾਂ ਵੀ ਕੱਢ ਜਾਂਦੇ। ਕੋਈ ਉਹਨਾਂ ਦਾ ਨਾਮ ਲੈ ਜਾਂਦਾ, ਕੋਈ ਉਹਨਾਂ ਦੀ ਉਪਮਾ ਸਰੀਰ ਕਰਕੇ ਕਰ ਜਾਂਦਾ। ਫਿਰ ਉਹਨਾਂ ਕੋਲ ਬੜਾ ਗੁਰਮੁਖ ਪਿਆਰੋ ਸੋਟਾ ਵੀ ਤਕੜਾ ਸੀ ਉਹਨਾਂ ਦਾ, ਕਿਉਂਕਿ ਸਰੀਰ ਨਾਲ ਨਹੀਂ ਉਹਨਾਂ ਨੇ ਜੋੜਿਆ, ਸ਼ਬਦ ਨਾਲ ਜੁੜੇ ਹੋਏ ਸੀ। ਹਾਂ, ਬਾਬਾ ਸਾਹਿਬਦਾਸ ਜੀ ਮਹਾਂਪੁਰਖ ਜਵਾਨ ਸਰੀਰ ਸੀ। ਪਿੰਡ ਦੇ ਬਾਹਰ ਵਿਹੜੇ ਦੇ ਵਿੱਚ ਖੜ ਜਾਂਦੇ। ਕੋਈ ਜਵਾਨੀ ਦੇ ਅੰਦਰ ਹਰ ਪ੍ਰਕਾਰ ਦੇ ਨਸ਼ਾ ਹੋ ਜਾਂਦਾ ਹੈ। ਮਨੁੱਖ ਇੱਕ ਨਾਲ ਨੂੰ ਸਭ ਸੋਝੀ ਆਈ, ਇੱਕ ਫਿਰਦੇ ਬੇਪਰਵਾਹ। ਜਵਾਨੀ ਦੇ ਵਿੱਚ ਬੜਾ ਕੁਛ ਹੋ ਜਾਂਦਾ, ਉਤਰਾ ਚੜ੍ਹਾਅ ਬੜੇ ਸਰੀਰ 'ਤੇ ਆ ਜਾਂਦੇ ਨੇ। ਕੋਈ ਇਹ ਨਹੀਂ ਕਹਿ ਸਕਦਾ ਵੀ ਮੈਂ ਜੰਮਦੇ ਬ੍ਰਹਮ ਗਿਆਨੀ ਹਾਂ, ਜਾਂ ਮੈਂ ਬ੍ਰਹਮ ਗਿਆਨੀ ਰੱਬ ਜੰਮਦਾ ਹੀ ਬਣ ਗਿਆ। ਕਿਉਂਕਿ ਤਾਂ ਘਾਸੇ ਲੱਗ ਕੇ, ਆਮ ਕਹਿੰਦੇ ਨੇ ਚੌਲ ਘਸ ਕੇ ਚਿੱਟਾ ਹੁੰਦਾ। ਜੀਵਨ ਮਨ ਰਾਮ ਕਸਵੱਟੀ ਲਾਇਆ, ਕੰਚਨ ਸੋ ਬਿਨਾ। ਮਨ ਰਾਮ ਦੀ ਕਸਵੱਟੀ ਉੱਤੇ ਲਾ ਲੈ, ਕੰਚਨ ਵਰਗਾ ਹੋ ਜਾਵੇ ਮਨਾ। ਮਹਾਂਪੁਰਖ ਬੜੇ ਪਿਆਰ ਨਾਲ ਕਹਿੰਦੇ ਹੁੰਦੇ, ਮਨ ਰਾਮ ਕਸਵੱਟੀ ਉੱਤੇ ਲਾ ਲੈ, ਸੋਨੇ ਵਰਗਾ ਹੋ ਜਾਵੇ ਮਨਾ। ਰਾਮ ਕਸਵੱਟੀ ਨਾਲ ਲਾ ਲੈ, ਸੋਨੇ ਵਰਗਾ ਹੋ ਜਾਵੇ ਮਨਾ।
सोने वर्गा हो जाए, सोने वर्गा हो जावे। राम कसवटी उते लाले, सोने वर्गा हो जावे मना मन। राम कसवटी उते लाले, सोने वर्गा हो जावे मना। ਜਦੋਂ ਮਨ ਰਾਮ ਦੀ ਕਸਵੱਟੀ ਨਾਲ ਸੋ ਹੋ ਗਿਆ ਨਾ, ਟੱਚ ਹੋ ਗਿਆ, ਤੇ ਫਿਰ ਮਨ ਸੋਨੇ ਵਰਗਾ ਬਣ ਜਾਂਦਾ। ਇੱਧਰੋਂ ਉੱਧਰੋਂ ਬਾਹਰੋਂ ਅੰਦਰੋਂ ਰੁਕਣਾ ਸ਼ੁਰੂ ਹੋ ਜਾਂਦਾ। ਪਰਮੇਸ਼ਰ 'ਤੇ ਟੇਕ ਰੱਖ ਲੈਂਦਾ। ਇੱਕ ਬੰਦਾ ਸਾਰੀ ਉਮਰ ਹੀ ਮਨੁੱਖ ਦੀ ਟੇਕ ਰੱਖਦਾ ਹੈ। ਮਨੁੱਖ ਕੀ ਟੇਕ ਬਿਰਥੀ ਸਭ ਜਾਨ, ਮਹਾਰਾਜ ਕਹਿੰਦੇ। ਮਨੁੱਖ ਦੀ ਟੇਕ ਤਾਂ ਬਿਰਥੀ ਉਹ ਹੈ। ਦੇਵਨ ਕੋ ਇੱਕ ਹੈ ਭਗਵਾਨ, ਕਹਿੰਦੇ ਦੇਵਨ ਕੋ ਦੇਨਹਾਰ ਤਾਂ ਇੱਕੋ ਹੀ ਭਗਵਾਨ ਹੈ, ਪਰਮੇਸ਼ਰ ਹੈ। ਉਹਦੀ ਓਟ ਤੱਕ ਹਾਂ ਕਿਸੇ ਮਨੁੱਖ ਰਾਹੀਂ ਮਿਲ ਸਕਦੀ ਹੈ। ਰਸਤਾ ਕੋਈ ਮਨੁੱਖ ਦੇ ਸਕਦਾ ਹੈ, ਮਹਾਂਪੁਰਸ਼ ਦੇ ਸਕਦੇ ਨੇ। ਮਹਾਂਪੁਰਖ ਉਂਗਲ ਫੜਾ ਦਿੰਦਾ ਗੁਰੂ ਦੀ। ਆਹ ਫੜਾਈ ਹੋਈ ਹੈ ਨਾ, ਤਾਂ ਇੱਥੇ ਤੱਕ ਬੈਠਣ ਜੋਗੇ ਆ। ਨਹੀਂ ਇੱਥੇ ਸਾਨੂੰ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ। ਅਸੀਂ ਤਾਂ ਗਲੀਆਂ ਦੇ ਨਾਲਿਆਂ ਦੇ ਕੀੜਿਆਂ ਤੋਂ ਵੀ ਮਾੜੇ ਸਾਂ। ਬੜਾ ਜੀਵਨ ਮਾੜਾ ਸੀ ਸਾਧ ਸੰਗਤ। ਇੱਥੇ ਤੱਕ ਕਿੱਥੇ ਤੁਸੀਂ ਯੋਗ ਸੀ ਬੈਠਣ ਦੇ। ਅੱਜ ਇੱਥੇ ਮਹਾਂਪੁਰਖਾਂ ਨੇ ਬਾਂਹ ਤੋਂ ਫੜ ਕੇ ਬਹਾਤਾ। ਆਹ ਹੁਣ ਸੋਚਦੇ ਹਾਂ, ਬੜਾ ਹੈਰਾਨ ਜਿਹਾ ਰਹਿ ਜਾਂਦਾ। ਪਿਛਲੀ ਉਮਰ ਦੇ ਵਿੱਚ ਮਹਾਂਪੁਰਖਾਂ ਨੇ ਬੜੇ ਪਿਆਰ ਦੇ ਵਚਨ ਸੁਣਾਉਣੇ। ਰਿਕਾਰਡਿੰਗ ਹੋ ਰਿਹਾ ਹੈ ਕਿਉਂਕਿ ਦੀਵਾਨ ਲਾਈਵ ਦੂਰ ਤੱਕ ਚੱਲਦਾ ਹੈ। ਸੱਚੇ ਹੀ ਵਚਨ ਕਰਦੇ ਹਾਂ ਮਹਾਂਪੁਰਖਾਂ ਦੀ ਯਾਦ 'ਚ। ਬੜੀ ਖੁਸ਼ੀ ਦੇਣੀ। ਕਿਤੇ ਭਗਵਾਨ ਸਿੰਘ ਨੂੰ ਡਰਾਈਵਰ ਰੱਖਣਾ, ਕਦੇ ਮਿੱਠੂ ਸਿੰਘ ਇੱਥੇ ਬੈਠੇ ਨੇ, ਐਂ ਕਦੇ ਕਿਤੇ ਲੈ ਜਾਣਾ ਵੀ ਭਾਈ ਸੌਦਾ ਲੈ ਕੇ ਆਉਣਾ, ਸ਼ਹਿਰ ਜਾਣਾ, ਅਤੇ ਇੰਝ ਹੀ ਕੱਢ ਲਿਆ ਭਾਈ ਉਹਨੂੰ ਨਾਲ ਲੈ ਕੇ ਚੱਲਾਂਗੇ। ਰਾਮਪੁਰਾ ਬਸਤੀ ਮੈਂ ਹੁੰਦਾ ਉਦੋਂ, ਉਹ ਨਾਲ ਲੈ ਕੇ ਚੱਲਾਂਗੇ। ਉੱਥੇ ਗੱਡੀ ਬਾਹਰ ਰੋਕ ਲੈਣੀ, ਬੁਲਾਓ ਭਾਈ ਕਿੱਥੇ ਆ ਉਹ, ਮੈਂ ਆ ਜਾਣਾ। ਬੈਠ ਭਾਈ ਨਾਲ ਗੱਡੀ 'ਤੇ, ਸੌਦਾ ਲੈ ਕੇ ਆਉਣਾ ਇਸ ਸਥਾਨ 'ਤੇ। ਸਤ ਬਚਨ ਬਹਿ ਜਾਣਾ। ਫਿਰ ਇੱਥੇ ਕਈ ਪੂਰਨਵਾਸੀਆਂ ਦੇ ਕੌਤਕ, 5 ਅਖੰਡ ਪਾਠ ਸਾਹਿਬ ਪਹਿਲਾਂ ਹੀ ਆਰੰਭ ਕਰ ਦੇਣੇ ਵੀ ਇੱਕ ਆਰੰਭ ਕਰ ਲਓ, ਭੋਗ ਪਾ ਲਓ, ਫਿਰ ਆਰੰਭ ਕਰ ਲਓ, ਫਿਰ ਭੋਗ ਪਾ ਲਓ। ਪਿਆਰ ਦੇ ਬਚਨ ਸੀ ਉਹਨਾਂ ਕੋਲ। ਕਿਹੜਾ ਪਾਠੀ ਘੱਟ ਸੀ, ਕਿਸੇ ਮਰਜ਼ੀ ਨੂੰ ਕਹਿ ਦਿੰਦੇ ਲੈ ਵੀ ਤੂੰ ਭਾਵੇਂ ਕਿਤੇ ਹੋਵੇਂ, ਰਾਤ ਨੂੰ ਲਾਈ ਦਿਨੇ ਲਾਈ, ਤੇਰੀਆਂ ਰੌਲਾਂ ਪੱਕੀਆਂ ਨੇ। ਹਰ ਇੰਨੀਆਂ ਕਸਵੱਟੀਆਂ ਲਾਲਾ ਦੇਖਣੀਆਂ ਨੇ। ਅਤੇ ਸਾਧ ਸੰਗਤ ਜੀ ਆ ਹੁਣ ਦੇਖੋ ਸਾਰੇ ਹੀ ਕਾਰਜ ਮਹਾਂਪੁਰਖ ਆਪ ਹੀ ਕਰਾ ਰਹੇ ਨੇ। ਨਾਲ ਰਲ ਮਿਲ ਕੇ ਸਾਰੀ ਸੇਵਾ ਵੀ ਸਾਡੇ ਗੱਲ ਪਾਤੀਆਂ ਵੀ ਕਰੋ। ਹੁਣ ਰਲ ਮਿਲ ਕੇ ਚਲਾਓ ਭਾਈ। ਸਾਧੂ ਦਾ ਜੋੜਨਾ ਹੁੰਦਾ ਹੈ। ਤਰੰਗ ਹੁੰਦੇ ਨੇ ਸਾਧੂ ਦੇ, ਫੁਰਨੇ ਹੁੰਦੇ ਨੇ ਸਾਧ ਸੰਗਤ। ਬੜੇ ਹੋਰ ਵੀ ਬੜੇ ਚੋਜ ਹਨ। ਚਲੋ ਮੈਂ ਇੱਕ ਵਿਸ਼ੇ 'ਤੇ ਬੋਲਾਂ। ਬਾਬਾ ਸਾਹਿਬ ਦਾਸ ਜੀ ਮਹਾਰਾਜ ਕੋਈ ਗੁਆਂਢ ਵਿੱਚੋਂ ਐਸਾ ਸੰਬੰਧ ਬਣ ਗਿਆ। ਕੋਈ ਲੜਕੀ ਸੀ ਗੁਰਮੁਖੋਂ ਗੁਆਂਢ ਵਿੱਚ, ਬਾਹਰ ਗੋਹਾ ਸਿੱਟਣ ਵਾਸਤੇ, ਕੋਈ ਕੂੜਾ ਕਰਕਟ ਕਰਨ ਵਾਸਤੇ ਆਉਂਦੀ ਹੈ।
ਉਧਰ ਕਿਤੇ ਖਿਆਲ ਜੁੜ ਗਿਆ। ਉਹ ਬੀਬੀ ਨੇ 5-7 ਦਿਨ ਦੇਖਿਆ ਵੀ ਇਹ ਮਹਾਂਪੁਰਖ ਹੈ, ਦ੍ਰਿਸ਼ਟੀ ਚੰਗੀ ਹੈ, ਚਲੋ ਨੌਜਵਾਨ ਹੈ, ਸਰੀਰਕ ਬੜਾ ਸਟੋਲ ਹੈ, ਭਲਵਾਨ ਨੇ। ਅੱਜ ਵੀ ਉਹਨਾਂ ਦੇ ਉੱਥੇ ਪਏ ਨੇ। ਉਹ ਤੁਸੀਂ ਜਾ ਕੇ ਦੇਖਿਓ, ਬਾਬਾ ਜੀ ਜਿਹੜੇ ਮੁਗਲ ਫੇਰਦੇ ਸੀ ਨਾ, ਮੁਗਲੇ ਅੱਜ ਪਏ ਨੇ ਉੱਥੇ, ਆਲੀ ਸ਼ੇਰਾਂ ਪਏ ਨੇ। ਬੋਲੋ ਸਤਿਨਾਮ। ਉਹ ਬੀਬੀ ਗੁਰੂ ਬਣ ਗਈ। ਮੇਰੇ ਕਹਿਣ ਦਾ ਭਾਵ, ਕਹਿਣ ਲੱਗੀ ਨਾਂ ਲੈ ਕੇ ਨਗਰ ਵਾਲਾ, ਭਾਈ ਆ ਬੁਰੇ ਖਿਆਲ ਛੱਡ ਕੇ ਜੇ ਤੂੰ ਇਹ ਖਿਆਲ ਰੱਬ ਕਿੰਨੀ ਜੋੜਨੇ, ਤੇਰਾ ਜੀਵਨ ਬਣ ਸਕਦਾ ਹੈ। ਤੂੰ ਰੱਬ ਦਾ ਮਰੀਦ ਬਣ, ਪਰਮੇਸ਼ਰ ਦੀ ਬੰਦਗੀ ਕਰ। ਉੱਥੋਂ ਫਿਰ ਬਾਬੇ ਸਾਹਿਬ ਦਾਸ ਜੀ ਹੋਰਾਂ ਨੂੰ ਲੱਗਣ ਲੱਗੀ। ਗੁਰਮੁਖੋ ਖੇਤ ਆ ਕੇ ਫਿਰ ਉਹਨਾਂ ਨੇ ਸਾਰੇ ਸਰੀਰ ਦੇ ਵਸਤਰ ਲਾ ਦਿੱਤੇ। ਸਰੀਰ ਦੇ ਵਸਤਰ ਲੱਗ ਗਏ। ਉੱਥੋਂ ਫਿਰ ਬੈਰਾਗੀ ਹੋ ਕੇ ਦੁਰਬੇ ਖੇਤ ਵਿੱਚ ਦੀ ਲੰਘੇ ਜਾਂਦੇ ਨੇ, ਝਾੜਾਂ ਵਿੱਚ ਦੀ, ਖੇਤਾਂ ਵਿੱਚ ਦੀ ਲੰਘੇ ਜਾਂਦੇ ਨੇ। ਇੱਕ ਜ਼ਿਮੀਂਦਾਰ ਹਲ ਜੋੜਿਆ ਹੋਇਆ ਬਾਬਾ ਜੀ ਦਾ, ਜਦੋਂ ਐਨ ਦੁਆਰੇ ਦੀ ਫੇਰੀ ਹੈ ਜਿਹੜੀ ਮੈਂ ਤੁਹਾਨੂੰ ਬਚਨ ਕਰਦਾ ਨਾ, ਜਿਹੜਾ ਤਾਂ ਉੱਥੋਂ ਉਪਰਾਮ ਹੋ ਕੇ ਨਿਕਲਿਆ ਏ, ਕਈ ਸਾਲ ਬਾਅਦ ਦੁਬਾਰੇ ਫੇਰ ਕਿਤੇ ਪਿੰਡ ਨੂੰ ਮੋਹ ਕਰਿਆ ਵੀ ਜਾ ਕੇ ਆਵਾਂ, ਮਾਤਾ ਪਿਤਾ ਨੂੰ ਮਿਲਾਂ। ਅਤੇ ਦੂਜੀ ਫੇਰੀ ਵੀ ਜਦੋਂ ਪਿੰਡ ਵਿੱਚ ਹੀ ਲੰਘਣ ਲੱਗੇ, ਇੱਕ ਜ਼ਿਮੀਂਦਾਰ ਦਾ ਹਲ ਜੋੜਿਆ ਸੀ। ਬਾਬਾ ਜੀ ਦੇ ਡਰਾਉਣੇ ਜਿਹੇ ਰੂਪ ਨੂੰ ਦੇਖ ਕੇ ਐਂ ਜਟਾਂ ਖਿੰਡੀਆਂ ਨੇ, ਸਰੀਰ ਬੜਾ ਹੋਰ ਹੀ ਦੁਰਦਸ਼ਾ ਜੀ ਬਣੀ ਪਈ ਹੈ। ਬਲਦ ਵੀ ਡਰ ਕੇ ਆਏ, ਪੰਜਾਲੀਆਂ ਤੜਾ ਕੇ ਭੱਜ ਲਏ। ਬੜਾ ਸਰੀਰ ਦਾ ਨਾਜ਼ੁਕ ਜਿਹਾ ਦੇਖਿਆ ਵੀ ਕੀ ਇਹ ਸਹਿ ਆ ਗਈ, ਕੋਈ ਹੋਰ ਵਸਤੂ ਦਾ ਨਹੀਂ। ਜ਼ਿਮੀਂਦਾਰ ਕ੍ਰੋਧ ਵਿੱਚ ਆ ਕੇ ਤੇ ਬਲਦਤਾ ਨਾਲ ਦੇਖਾਂਗੇ ਫੇਰ ਹੀ ਸਾਂਭਾਂਗੇ। ਨਗਨ ਬਾਬਾ ਸਾਹਿਬ ਦਾਸ ਜੀ ਦੇ ਪਿੱਛੇ ਭੱਜ ਲਿਆ ਅਤੇ 2-3 ਪ੍ਰਾਣੀਆਂ ਖਿੱਚ ਕੇ ਮਾਰਦਾ ਸਰੀਰ 'ਤੇ ਗੁਰਮੁਖੋ 1 ਮਾਰੀ 2 ਮਾਰੀਆਂ। ਕਹਿਣ ਲੱਗਾ ਤੂੰ ਕਿੱਧਰੋਂ ਆਇਆ ਸਹਿ, ਮੇਰੇ ਬਲਦ ਡਰਾਤੇ, ਮੇਰਾ ਫਲਾਣਾ ਹੋ ਗਿਆ। ਬਾਬਾ ਸਾਹਿਬ ਦਾਸ ਜੀ ਕਹਿਣ ਲੱਗਿਆ, ਹੁਣ ਮਹਾਂਪੁਰਖ ਕਹਿਣ ਲੱਗੇ, ਮਿੱਤਰਾ ਹੁਣ 1 ਨਦੀ ਹੋਰ ਮਾਰਦਾ, ਤੇਰੀ 1 ਨਦੀ ਤੋਂ ਮੈਨੂੰ ਹੋਰ ਉਪਦੇਸ਼ ਮਿਲ ਜਾਂਦਾ ਕਿ ਹੁਣ ਮੈਂ ਮੁੜ ਕੇ ਦੁਬਾਰਾ ਮੋਹ ਨਾ ਕਰਾਂ ਪੇਕਿਆਂ ਦਾ। ਬੋਲੋ ਸਤਿਨਾਮ। ਅਤੇ ਮਹਾਂਪੁਰਖ ਬਾਬਾ ਸਾਹਿਬ ਦਾਸ ਜੀ ਉਹ ਛਟੀ ਮਾਰਨ ਵਾਲੇ ਦਾ, ਸੋਟੀ ਮਾਰਨ ਵਾਲੇ ਦਾ ਸ਼ੁਕਰ ਕਰਦੇ ਨੇ, ਧੰਨਵਾਦ ਕਰਦੇ ਨੇ। ਕੀ ਕਹਿੰਦੇ ਨੇ? ਖਿੱਚ ਕੇ ਮਾਰ ਪ੍ਰਾਣੀ ਭਲਿਆ, ਖਿੱਚ ਕੇ ਮਾਰ ਪ੍ਰਾਣੀ, ਖਿੱਚ ਕੇ ਮਾਰ ਪ੍ਰਾਣੀ, ਖਿੱਚ ਕੇ ਮਾਰ ਪ੍ਰਾਣੀ। ਮੋਹ ਛੱਡਦਾ ਨਹੀਂ ਹਜੇ ਪੇਕਿਆਂ ਦਾ, ਮੋਹ ਛੱਡਦਾ ਨਹੀਂ ਹਜੇ ਪੇਕਿਆਂ ਦਾ, ਮੋਹ ਛੱਡਦਾ ਨਹੀਂ। ਉਹ ਮਾਰ ਹੋਰ ਪ੍ਰਾਣੀ, ਮੋਹ ਛੱਡਦਾ ਨਹੀਂ ਹਜੇ ਪੇਕਿਆਂ ਦਾ, ਖਿੱਚ ਕੇ ਮਾਰ ਪ੍ਰਾਣੀ, ਛੱਡਦਾ ਨਹੀਂ ਹਜੇ ਪੇਕਿਆਂ ਦਾ। ਹਜੇ ਮੋਹ ਨਹੀਂ ਛੱਡਦਾ, ਬਿੰਦੇ ਬਿੰਦੇ ਮੁੜ ਮੁੜ ਆਉਂਦਾ।
ਇੱਕ ਦੋ ਮਾਰ ਖਿੱਚ ਕੇ ਇੱਧਰ ਨੂੰ ਮੂਹੇ ਨਾ ਹੋਵੇ, ਬੰਦਗੀ ਵੱਲ ਜੁੜ ਜੇ ਸਰੀਰ ਮੇਰਾ। ਇਹ ਬਾਬਾ ਸਾਹਿਬਦਾਸ ਜੀ ਦੇ ਬਚਨ ਹਨ। ਫਿਰ ਸਾਧ ਸੰਗਤ ਜੀ ਇੰਨੇ ਵਿਰਾਗੀ ਹੋ ਗਏ, ਨਾ ਵਸਤਰ ਦਾ ਪਤਾ, ਨਾ ਸਕਣ ਸਕਾਉਣ ਦਾ ਵੀ ਨਾ ਪਤਾ ਰਿਹਾ। ਫਿਰ ਇਹ ਧਰਤੀਆਂ ਦੀ ਮਾਣ ਪਾਇਆ, ਆਪਣੇ ਸੰਗਰੂਰ ਸਥਾਨ ਬਣਿਆ ਤਪ ਸਥਾਨ ਨਗਨ ਬਾਬਾ ਸਾਹਿਬਦਾਸ ਜੀ ਦਾ, ਜਿੱਥੇ ਅਸੀਂ ਤਕਰੀਬਨ ਕਾਫੀ ਸਮਾਂ ਉੱਥੇ ਅਖੰਡ ਪਾਠੀ ਵੀ ਰਹੇ ਬਣ ਕੇ, ਕੀਰਤਨ ਵੀ ਉੱਥੇ ਕਰਦੇ ਰਹੇ। ਆਪਣੇ ਨਗਰ ਦੀ ਮਹਾਂਪੁਰਸ਼ ਉੱਥੇ ਬਾਬਾ ਗੁਰਚਰਨ ਸਿੰਘ ਜੀ ਹੋਣੀ ਕਾਫੀ ਚਿਰ ਲੰਮਾ ਸਮਾਂ ਉਹਨਾਂ ਨੇ ਸੇਵਾ ਨਿਭਾਈ। ਅਤੇ ਸਾਧ ਸੰਗਤ ਜੀ ਮਹਾਂਪੁਰਖ ਜਦੋਂ ਫਿਰ ਗੇੜਾ ਗੂੜਾ ਦੇ ਕੇ ਆਰਮੀ ਦੇ ਵਿੱਚ ਵੀ ਚਲੋ ਉਹਨਾਂ ਦਾ ਸਮਾਂ ਬਣ ਗਿਆ। ਸੰਤ ਅਵਤਾਰ ਸਿੰਘ ਜੀ ਮਹਾਰਾਜ ਦੇ ਨਾਲ ਕਾਫੀ ਉਹਨਾਂ ਦਾ ਮਿਲਾਪ ਰਿਹਾ। ਅਤੇ ਦੋਏ ਸਾਧੂ ਬਾਬਾ ਅਵਤਾਰ ਸਿੰਘ ਜੀ ਵੀ ਬਿਨਾਂ ਦੱਸੇ ਚਲੇ ਗਏ ਆਰਮੀ ਤੋਂ, ਇਹ ਵੀ ਬਿਨਾਂ ਦੱਸੇ ਚਲੇ ਗਏ। ਸੰਤ ਮਹਾਰਾਜ ਜੀ ਦਾ ਫੁਰਨਾ ਤਾਂ ਹਜ਼ੂਰ ਸਾਹਿਬ ਦਾ ਹੀ ਬਣ ਗਿਆ ਵੀ ਚਲੋ ਹਜ਼ੂਰ ਸਾਹਿਬ ਤਪ ਕਰਦੇ ਹਾਂ, ਬੰਦਗੀ ਕਰਦੇ ਹਾਂ। ਇਹਨਾਂ ਨਗਨ ਬਾਬਾ ਸਾਹਿਬਦਾਸ ਜੀਆਂ ਦਾ ਫੁਰਨਾ ਇੱਧਰ ਦੁਆਬੇ 'ਚ ਪੈਂਦਾ, ਜਿੱਥੇ ਬਾਬਾ ਰਾਜਾ ਨਾਭ ਕਮਲ ਸਾਹਿਬ ਦਾ ਸਥਾਨ ਬਣਿਆ ਬੜਾ ਸੋਹਣਾ। ਉੱਥੇ ਰਾਜਾ ਨਾਭ ਕਮਲ ਸਾਹਿਬ ਨੂੰ ਵੀ ਇਹਨਾਂ ਨੇ ਗੁਰੂ ਬਣਾਇਆ, ਮੁਰਸ਼ਦ ਬਣਾਇਆ। ਉੱਥੇ ਕਈ ਸਾਲ ਕਹਿੰਦੇ ਨਲਕੇ ਗੇੜਦੇ ਰਹੇ। ਉਹ ਨਲਕੇ ਦੇ ਵੀ ਮੈਂ ਦਰਸ਼ਨ ਕਰਕੇ ਆਇਆ, ਹਜੇ ਖੜ੍ਹਾ ਹੈ, ਅਤੇ ਬੜਾ ਸੋਹਣਾ ਲੱਗਿਆ ਉਹ ਸਥਾਨ 'ਤੇ। ਬੜਾ ਸੁੰਦਰ ਸਥਾਨ ਹੈ, ਬੰਗਿਆਂ ਦੇ ਨੇੜੇ ਨਵਾਂ ਸ਼ਹਿਰ ਇਹਦੇ ਵਿਚਕਾਰ ਪੈਂਦਾ ਹੈ, ਰਾਜੇ ਦਾ ਬਣਜਾਰਾ ਨਗਰ ਹੈ। ਅਤੇ ਸਾਧ ਸੰਗਤ ਜੀ ਨਾਭ ਕਮਲ ਉਹ ਮਹਾਂਪੁਰਖਾਂ ਦਾ ਨਾਂ ਸੀ। ਹਰ ਸਾਲ ਦੀ ਤਰ੍ਹਾਂ ਸੰਗਤ ਆਉਂਦੀ ਹੈ, ਮੰਗਵਾਲ ਸੰਗਰੂਰ ਸਤਿਗੁਰ ਤੂੰ ਜੀ ਦੀ ਬਰਸੀ 'ਤੇ ਵੀ ਆਉਂਦੇ ਨੇ, ਬੜੀਆਂ ਸੰਗਤਾਂ ਉੱਥੇ ਆਉਂਦੀਆਂ ਨੇ। ਉੱਥੋਂ ਫਿਰ ਗੁਰਮੁਖੋ ਵੈਰਾਗੀ ਹੋ ਕੇ ਤਪ ਕਰਕੇ ਫਿਰ ਇਸ ਮਾਲਵੇ ਨੂੰ ਤਾਰਨਾ। 17 ਜਗ੍ਹਾ 'ਤੇ ਤਾਂ ਉਹਨਾਂ ਦੀਆਂ ਜੋਤਾਂ ਆਪਣੇ ਇਲਾਕੇ 'ਚ ਜਗਦੀਆਂ ਨੇ। 17 ਅਖੰਡ ਜੋਤਾਂ ਕਿਤੇ ਜਾ ਕੇ ਦੇਖੋ, ਇਲਾਕੇ ਦੇ ਵਿੱਚ ਉਹਨਾਂ ਦੀਆਂ 17 ਜਗ੍ਹਾ 'ਤੇ ਜੋਤਾਂ। 3-4 ਜੋਤਾਂ ਤਾਂ ਸੰਗਰੂਰ ਸ਼ਹਿਰ ਵਿੱਚ ਹੀ ਨੇ ਉਹਨਾਂ ਦੀਆਂ। ਮੇਨ ਤਾਂ 2 ਸਥਾਨ ਨੇ, ਮੰਗਵਾਲ ਹੈ, ਸੰਗਰੂਰ ਹੈ। ਇੱਕ ਦੁਸਹਿਰਾ ਬਾਗ ਦੇ ਨੇੜੇ ਪੈਂਦਾ, ਉਹ ਹਜੇ ਹੋਂਦ ਵਿੱਚ ਨਹੀਂ ਆਇਆ, ਛੋਟੇ ਜਿਹਾ ਸਥਾਨ। ਕੈਰੋਂ ਫੈਕਟਰੀ ਦੇ ਵਿੱਚ ਵੀ ਉਹਨਾਂ ਦਾ ਸਥਾਨ ਹੈ। ਘਰਾਚੋਂ ਨਗਰ, ਮਾਜਰੀ, ਇੱਧਰ ਤਕੜੱਬੇ ਤੱਕ ਚਲੇ ਜਾਓ, ਕਿਉਂਕਿ ਮੈਂ ਸ਼ਾਇਦ ਥੋੜ੍ਹੇ ਜਿਹੇ ਸਥਾਨਾਂ 'ਤੇ ਫਿਰਿਆ ਵੀ ਹੋਇਆ ਉਹਨਾਂ ਦੇ, ਜਿੱਥੇ ਚਰਨ ਪਾਏ ਹੋਏ ਨੇ। ਦਿੜਬੇ ਵੱਲ, ਇੱਧਰ ਧਾਂਦਰੇ ਵੱਲ ਬਹੁਤ ਅਸਥਾਨ ਨੇ ਉਹ ਮਹਾਂਪੁਰਸ਼ਾਂ ਦੇ। 17 ਜੋਤਾਂ ਉਹਨਾਂ ਦੀਆਂ ਚੱਲ ਰਹੀਆਂ ਨੇ ਗੁਰਮੁਖੋ, ਅਖੰਡ ਜੋਤਾਂ। ਅੱਜ ਕਿਸੇ ਦੇ ਚਿਰਾਗ ਨਹੀਂ ਕੋਈ ਲਾਉਂਦਾ। ਚਿਰਾਗ ਦਾ ਕੀ ਲਾਉਣਾ, ਅਤੇ ਗੁਰਮੁਖੋ ਜਿਉਂਦੇ ਨੂੰ ਨਹੀਂ ਕੋਈ ਰੋਟੀ ਪੁੱਛਦਾ, ਜਲ ਪਾਣੀ ਪੁੱਛਦਾ। ਜੋਤਾਂ ਲਾਉਣੀਆਂ ਦਾ ਇੱਕ ਪਾਸੇ ਨੇ, ਬੜਾ ਔਖਾ ਹੈ ਮਾਰਗ। ਚਲੋ ਬਾਬਾ ਜੀ ਦੀ ਅਵਸਥਾ ਐਸੀ ਬਣੀ। ਇੱਥੇ ਰਾਣੀਆਂ ਮਹਾਰਾਣੀਆਂ ਦਾ ਤਲਾਬ ਬਣਿਆ ਸੀ ਸੰਗਰੂਰ ਨਾਭਾ ਗੇਟ, ਜਿੱਥੇ ਆਸਣ ਲਾ ਲਿਆ, ਤਲਾਬ ਦੇ ਕੰਢੇ 'ਤੇ ਬਹਿ ਕੇ ਆ ਕੇ ਤਲਾਬ ਦੇ ਕੰਢੇ 'ਤੇ ਬੈਠੇ ਰਾਣੀਆਂ ਮਹਾਰਾਣੀਆਂ ਆਪਣੀ ਨਾਲ ਲੈ ਕੇ ਲਓ ਲਸ਼ਕਰ ਗੋਲੀਆਂ ਬਾਨੀਆਂ ਨੂੰ ਇਸ਼ਨਾਨ ਕਰਾਉਣ ਵਾਸਤੇ ਆਈਆਂ। ਆਪ ਕਰ ਰਹੀਆਂ ਨੇ ਪਾਣੀ ਦੇ ਵਿੱਚ ਮੌਜ ਆਨੰਦ ਮਾਣ ਰਹੀਆਂ ਨੇ, ਆਪਣਾ ਸਰੀਰ ਤੌਰ 'ਤੇ ਹਾਸਾ ਖੇਡਾ। ਅਤੇ ਜਦੋਂ ਫਕੀਰ ਸਮਾਧੀ ਲਾਈ ਬੈਠਾ ਇੱਕ ਪਾਸੇ ਖੂੰਜੇ 'ਚ, ਰਾਣੀਆਂ ਮਹਾਰਾਣੀਆਂ ਦੀ ਨਿਗਾਹ ਪਈ ਕਿ ਇਹ ਕੌਣ ਹੈ, ਇਹ ਬਾਬਾ ਕੌਣ ਹੈ। ਜਟਾਧਾਰੀ ਹੈ, ਨਗਨ ਹੈ, ਸਰੀਰ 'ਤੇ ਵਸਤਰ ਵੀ ਕੋਈ ਨਹੀਂ ਪਾਇਆ। ਚੰਗੀ ਗੌਰ ਨਾਲ ਦੇਖ ਕੇ ਅਤੇ ਫਿਰ ਉਹਦੀ ਸ਼ਿਕਾਇਤ ਰਾਜੇ ਕੋਲ ਕੀਤੀ ਕਿ ਇਹ ਰਾਜਨ, ਇੱਕ ਫਕੀਰ ਤਲਾਬ ਦੇ ਕੰਢੇ 'ਤੇ ਬੈਠਾ, ਪਤਾ ਨਹੀਂ ਕੌਣ ਹੈ, ਕੀ ਖੇਡ ਹੈ। ਰਾਜਾ ਆਇਆ, ਕਹਿੰਦਾ ਫਕੀਰਾ, ਇੱਥੇ ਰਾਣੀਆਂ ਮਹਾਰਾਣੀਆਂ ਦਾ ਇਸ਼ਨਾਨ ਘਰ ਹੈ, ਤੈਂ ਸਮਾਧੀ ਲਾਉਣੀ ਹੈ, ਕਿਸੇ ਪਾਸੇ ਹੋਰ ਲਾ ਲੈ, ਇੱਧਰ ਉੱਧਰ ਜਗ੍ਹਾ ਦੇਖ ਲੈ ਕੋਈ।
ये टोटकड़, ये मेरा किला है, मेरा महल है, ये मेरा तालाब है, इत्थे राणियां महाराणियां इशनान करन वाली जगह है। 2 वारी कहा, 3 वारी कहा, तीजी बार रसना तो वकील नेत्र खोल के रसना तो बोलिया, कहन लग्या राजन ये वकील का आसन तो इत्थे हुण अमरे रहेगा। बोलो सतनाम। इत्थे तेरे महल नहीं रहने, तैं इत्थे सुख का साह नहीं लैना, शराब देता। इतिहास पढ़िया तुसीं सारे कि संगरूर वाला जिहड़ा राजा सी ना, संगरूर विच उस तों बाद रह ही नहीं सकिया, चैन की नींद सो ही नहीं सकिया, एक रात का भी हुक्म नहीं होया। क्योंकि वकीलों का वचन महापुरख बाणी विच कहंदे ने, सतगुरु गुरु ग्रंथ साहिब महाराज जी का वचन है, हो पावे चंद्रमा नास हो जावे, साधुआं दा बोल ना टले, चंद्रमा नास हो जावे, साधुआं दा बोल ना टले, पावे लिया करो लहा सारे। वावे चंद्रमा नाथ हो जावे, साधुआं दा बोल ना टले, चंद्रमा नाथ हो जावे, साधुआं दा बोल ना टले। अज फकीरां दा बोल सत होया। दिखते ने किते खंडर खोए पे ने, महल महल सखण होए पे ने सामने। देखो अज कोई नहीं लंघदा उत्थों, कोई नाम पुछ के भी राजा संगरूर का इत्थे हुंदा सी, महल हुंदे सी, भी उहदे दर्शन कर लीए। नहीं नहीं, दर्शन काहदे करनगे, उत्थे खंडर बने पे ने। पर फकीरां दी धरती ते रौनकां लगियां ने, जोड़ मेले भरदे ने। अज लगियां रौनकां भारी। आ देखो आ भी रौनकां ने महापुरखां दे स्थानां ते। ये भी एक कमाई का आनंद है ना। धन धन बाबा जगीर सिंह जी होरां ने वो पुरशां दी संगत कीती। बाबा जस्सा सिंह जी होरां दा दर्शन किया, बाबा आनंद सिंह जी होरां दा दर्शन किया। नगन बाबा साहिबदास जी ये फकीरां दी चौकड़ी विच आ जांदे। धन धन बाबा अतर सिंह जी महाराज। 4 फकीरां दा चौकड़ा दशहरा बाग भी लगता रहा कि बाबा साहिबदास जी होरां नूं, जो बाबा जस्सा सिंह जी सन, भावें इस्त्री जामा सी उन्हां दा, शरीर जिहड़ा सी वो औरत दा सी, पर उन्हां नूं विराग लग्या ते जनाने वस्त्र ला के फिर उन्होंने चोला ते कशहरे ही पा लिया। बस इदा जीवन हुण किते उन्होंने जीवन की फिर आपां साखी करांगे, क्योंकि उन्होंने भी जीवन बड़ा आनंद वाला है। ते रगड़ा लाउंदे सी बड़ा गाढ़ा, सुख निधान बाबा साहिबदास जी भी सक लेंदे।
ਤੇ ਬਾਬਾ ਜੱਸਾ ਸਿੰਘ ਜੀ ਵੀ ਛਕ ਲੈਂਦੇ। ਬਾਬਾ ਆਨੰਦ ਸਿੰਘ ਜੀ ਵੀ ਆਨੰਦ 'ਚ ਰਹਿੰਦੇ ਸੀ। ਬੰਦਗੀਆਂ ਕਰਨ ਵਾਲੇ ਸਾਧੂਆਂ ਦੀ ਬਸਤੀ ਬਣੀ, ਅਵਸਥਾ ਬਣੀ ਹੋਈ ਸੀ। ਕਹਿਣ ਲੱਗੇ ਨਗਨ ਬਾਬਾ ਸਾਹਿਬ ਦਾਸ ਜੀ ਦਾ ਬਣਾ ਕੇ ਬਰਤਨ ਵਿੱਚ ਪਾ ਦੇਣਾ, ਫਿਰ ਇਹਨਾਂ ਨੇ ਆਪਣੀ ਮੌਜ ਵਿੱਚ ਆਉਣਾ ਅਤੇ ਬਸ ਛਕ ਲੈਣਾ। ਅੱਗੇ ਆਪ ਪਿੱਪਲ ਥੱਲੇ ਵੀ ਇੱਥੇ ਚੌਂਕੜੇ ਲੱਗਦੇ ਰਹੇ। ਆਪਾਂ ਜਿੱਥੇ ਬੈਠੇ ਹਾਂ ਸਾਹਮਣੇ ਮਹਾਂਪੁਰਖ ਬਾਬਾ ਸਾਹਿਬ ਦਾਸ ਜੀ, ਬਾਬਾ ਆਨੰਦ ਸਿੰਘ ਜੀ, ਬਾਬਾ ਜੱਸਾ ਸਿੰਘ ਜੀ, ਬਾਬਾ ਅਤਰ ਸਿੰਘ ਜੀ ਮਹਾਰਾਜ ਵੀ ਕਿਤੇ ਕਿਤੇ ਆ ਜਾਂਦੇ। ਮੌਜ ਸੀ ਵਕੀਲਾਂ ਦੀ, ਕਿਉਂਕਿ ਵਕੀਲਾਂ ਦਾ ਤਾਂ ਚਲੋ ਆਉਣ ਨਾ ਆਉਣ, ਸਰੀਰਾਂ ਕਰਕੇ ਮੇਲ ਹੋਵੇ ਨਾ ਹੋਵੇ, ਪਰ ਆਤਮਾ ਕਰਕੇ ਤਾਂ ਮਿਲਾਪ ਸਦੇ ਸੀ ਉਹਨਾਂ ਦਾ, ਸਦੇ ਇਕੱਠੇ ਹੁੰਦੇ ਸੀ। ਇੱਥੇ ਤੱਕ ਮੈਂ ਪੜ੍ਹਦਾ ਰਹਿੰਦਾ। ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਨਾਲ ਇੰਨਾ ਪ੍ਰੇਮ ਸੀ। ਮਸਤੂਆਣਾ ਸਾਹਿਬ ਦੀ ਧਰਤੀ 'ਤੇ ਮਹਾਂਪੁਰਖਾਂ ਨੇ ਜਾਣਾ, ਮਹਾਂਪੁਰਖਾਂ ਨੇ ਜਾ ਕੇ ਅਤੇ ਸਾਧ ਸੰਗਤ ਉੱਥੇ ਜਦੋਂ ਹਜ਼ੂਰੀ 'ਚ ਜਾਣਾ ਨਾ ਗੁਰਸਾਗਰ ਤੋਂ, ਮਹਾਰਾਜ ਐਂ ਥੋੜ੍ਹੀ ਜਿਹੀ ਦੂਰ ਹੁੰਦੇ ਵੀ ਬਾਬਾ ਨਗਨ ਜੀ ਆ ਰਹੇ ਨੇ, ਸੰਤ ਮਹਾਰਾਜ ਨੇ ਆਪਣੇ ਸੇਵਕਾਂ ਨੂੰ ਦਸਾਲਾ ਦੇ ਕੇ ਪਹਿਲਾਂ ਹੀ ਭੇਜ ਦੇਣਾ ਵੀ ਜਾਓ ਦਸਾਲਾ ਲੈ ਕੇ ਜਾਓ ਭਾਈ, ਕਿ ਉਹ ਆਪਣੇ ਲੱਕ ਦੇ ਆਲੇ ਦੁਆਲੇ ਓੜ ਕੇ ਆ ਜਾਣਗੇ। ਸੰਗਤ ਬੈਠੀ ਹੁੰਦੀ ਸੀ ਮਹਾਂਪੁਰਖਾਂ ਕੋਲੇ, ਸਿਵੀਆਂ ਵਾਲੀਆਂ ਸਰਦਾਰਨੀਆਂ ਜਾਂ ਪਟਿਆਲੇ ਵਾਲੀਆਂ ਸਰਦਾਰਨੀਆਂ, ਜੀਂਦ ਵਾਲੀਆਂ, ਰਾਜੇ ਮਹਾਰਾਜਿਆਂ ਦੇ ਘਰਾੜੇ ਸੰਤ ਮਹਾਰਾਜ ਦੇ ਕੋਲ ਆਉਂਦੇ ਅਤੇ ਉਹਨਾਂ ਨੇ ਫਿਰ ਐਂ ਬਸਤਰ ਲਪੇਟ ਲੈਣਾ। ਅਤੇ ਉਹ ਵਕੀਲ ਸਨ ਗੁਰਮੁਖੋ, ਕਈ ਵਾਰ ਗਹਿਰੇ ਵਚਨ ਵੀ ਕਰ ਜਾਣੇ। ਅਤਰ ਸਿਆਂ ਇਹ ਮੱਖੀਆਂ ਨੂੰ ਬਾਹਲਾ ਨਹੀਂ ਲਵੇ ਲਾਈਂਦਾ, ਬੋਲੋ ਸਤਿਨਾਮ। ਆਪਦੀ ਬੁਝਾਰਤ ਉਹਨਾਂ ਨੇ ਵਕੀਲ ਰਮਜ ਵਕੀਲਾਂ ਦੀ, ਵਕੀਲ ਇਹ ਜਾਣ ਸਕਦਾ, ਆਪਾਂ ਨੂੰ ਕੀ ਪਤਾ ਹੈ ਵਸਤੂ ਕੀ ਹੈ, ਇਹ ਤਾਂ ਉਹਨਾਂ ਦੀ ਉਹ ਖੇਡ ਹੈ। ਫਿਰ ਸੰਤ ਅਤਰ ਸਿੰਘ ਜੀ ਮਹਾਰਾਜ ਬੇਨਤੀ ਕਰਦੇ ਨੇ ਕਿ ਹੇ ਮਹਾਂਪੁਰਸ਼ੋ, ਤੁਹਾਡਾ ਹੁਕਮ ਹੋਵੇ ਕਿ ਤੁਹਾਡਾ ਇਸ਼ਨਾਨ ਕਰਾਉਣ ਦੀ ਇੱਛਾ ਹੈ। ਮਹਾਂਪੁਰਖ ਬਾਬਾ ਸਾਹਿਬ ਦਾਸ ਜੀ ਨੂੰ ਬੇਨਤੀ ਕੀਤੀ ਬਾਬਾ ਅਤਰ ਸਿੰਘ ਜੀ ਨੇ, ਉਹ ਤਾਂ ਤੁਹਾਡੀ ਆਗਿਆ ਹੈ, ਇਸ਼ਨਾਨ ਕਰਿਆ ਨਾ ਕਰਿਆ ਇੱਕ ਬਰਾਬਰੀ ਹੈ, ਤੁਸੀਂ ਕਰੋ ਨਾ ਕਰੋ, ਤੁਸੀਂ ਤਾਂ ਆਪਦੇ ਆਨੰਦ 'ਚ ਹੀ ਹੋ, ਪਰ ਸਾਡੀ ਇੱਛਾ ਹੈ ਜੇ ਤੁਸੀਂ ਆਗਿਆ ਦੇਵੋ ਤਾਂ ਅਸੀਂ ਤੁਹਾਡਾ ਇਸ਼ਨਾਨ ਕਰਵਾਈਏ। ਮਹਾਂਪੁਰਖ ਕਹਿੰਦੇ ਤੁਹਾਡੀ ਖੁਸ਼ੀ ਹੈ ਭਾਈ, ਇਸ਼ਨਾਨ ਕਰਾਉਣਾ ਜਾਂ ਨਾ ਕਰਾਉਣਾ ਤੁਸੀਂ ਦੇਖੋ, ਅਸੀਂ ਤਾਂ ਆਪਦੇ ਆਨੰਦ 'ਚ ਹਾਂ। ਕਹਿੰਦੇ ਫਿਰ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਨੂੰ ਪ੍ਰਵਾਨਗੀ ਮਿਲ ਗਈ ਅਤੇ ਗੁਰਮੁਖੋ ਬਹੁਤ ਸ਼ਰਧਾ ਦੇ ਨਾਲ ਆਪਣੇ ਸੇਵਕਾਂ ਨੂੰ ਨਾਲ ਲਾ ਕੇ ਇੱਕ ਕੜਾਹਾ ਪਾਣੀ ਦਾ ਗਰਮ ਕੀਤਾ, ਵਧੀਆ ਸ਼ਰਧਾ ਦੇ ਨਾਲ 1 ਕਿਲੋ ਸਰੋਂ ਰਗੜ ਕੇ ਐਂ, ਅੱਗੇ ਕੋਲੂ ਘੱਟ ਹੁੰਦੇ, ਅਤੇ ਐਂ ਰਗੜ ਕੇ ਕੁੰਡੇ ਦੇ ਵਿੱਚ ਕਿਲੋ ਸਰੋਂ ਉਹਦਾ ਤੇਲ ਕੱਢਿਆ। ਅਤੇ ਗੁਰਮੁਖੋ ਫਿਰ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਨੇ ਆਪ ਆਪਣੇ ਹੱਥਾਂ ਨਾਲ ਬਾਬਾ ਜੀ ਦੀਆਂ ਜੱਟਾਂ ਦੇ ਵਿੱਚ ਜਲ ਪਾਇਆ, ਸਰੋਂ ਦਾ ਤੇਲ ਪਾ ਕੇ ਮਲੀਆਂ, ਅਤੇ 1 ਘੰਟਾ ਪੂਰਾ ਇਸ਼ਨਾਨ ਕਰਾਈ ਗਏ। 1 ਘੰਟਾ ਕਹਿੰਦੇ ਪੂਰਾ ਇਸ਼ਨਾਨ ਕਰਵਾਇਆ ਅਤੇ ਧੰਨ ਬਾਬਾ ਸਾਹਿਬ ਦਾਸ ਜੀ ਮਹਾਰਾਜ ਐਂ ਜੁੜ ਗਏ। ਕਹਿੰਦੇ 1 ਘੰਟੇ ਦੇ ਵਿੱਚ ਜੁੜ ਗਿਆ, ਧਿਆਨ ਜੁੜ ਗਿਆ, ਦਿਮਾਗ ਨੂੰ ਸ਼ਾਂਤੀ ਮਿਲੀ। ਜਾਂ ਚਲੋ ਉਹਦਾ ਸ਼ਾਂਤੀ ਜੀ ਅਤੇ ਆਪਾਂ ਉਹਨਾਂ ਨੂੰ ਕੀ ਸ਼ਾਂਤੀ ਦੇ ਸਕਦੇ ਹਾਂ, ਪਰ ਉਹ ਆਪਦੇ ਆਨੰਦ 'ਚ ਜੁੜੇ। ਐਸੀਆਂ ਸਮਾਧੀਆਂ ਲੱਗੀਆਂ। ਇਸ਼ਨਾਨ ਕਰਨ ਤੋਂ ਬਾਅਦ ਕੁਝ ਕੁ ਮਿੰਟ ਬਾਅਦ ਵਿੱਚ ਬਚਨ ਕਰਿਆ, ਕਹਿੰਦੇ ਅਤਰ ਸਿਆਂ, ਰਿਸ਼ੀ ਜੀ ਕਹਿੰਦੇ ਹੁੰਦੇ, ਰਿਸ਼ੀ ਜੀ ਜਾਂ ਠਾਕੁਰ ਜੀ ਕਹਿ ਜਾਂਦੇ, ਬਾਬਾ ਸਾਹਿਬ ਦਾਸ ਜੀ ਉਹਨਾਂ ਨੂੰ ਰਿਸ਼ੀ ਜੀ ਕਹਿੰਦੇ, ਸੰਤ ਮਹਾਰਾਜ ਠਾਕੁਰ ਜੀ ਕਹਿੰਦੇ ਹੁੰਦੇ। ਇੱਦਾਂ ਦੇ ਵਚਨ ਕਹਿੰਦੇ ਰਿਸ਼ੀਆ, ਅੱਜ ਤਾਂ ਉਹ ਦਰਸ਼ਨ ਕਰਵਾਤੇ, ਉਹ ਧਰਤੀ ਦੇ ਦਰਸ਼ਨ ਹੋ ਗਏ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਲੜਕੀ ਤੋਂ ਲੜਕਾ ਬਣਾਇਆ। ਬੋਲੋ ਸਤਿਨਾਮ। ਇਹ ਗੁਰਸਾਗਰ ਸਾਹਿਬ ਮਹਾਰਾਜ ਮਸਤੂਆਣਾ ਸਾਹਿਬ ਵੱਲ ਸਿਆਰਾ ਹੋ ਗਿਆ। ਅਤੇ ਹੋਰ ਵੀ ਇੱਥੇ ਬੜੇ ਕੌਤਕ ਨੇ ਗੁਰਮੁਖੋਂ, ਬੜੇ ਸੰਤ ਮਹਾਰਾਜ ਇੱਕ ਦਿਨ
ਮਸਤਵਾਣਾ ਸਾਹਿਬ ਦੀ ਧਰਤੀ ਦੇ ਵਿੱਚ ਤੁਰੇ ਜਾਂਦੇ ਬਾਬੇ ਸਾਹਬਦਾਸ ਜੀ ਦੇ ਕੰਡਾ ਲੱਗਿਆ, ਰੇਰੂ ਦੀ ਸੂਲ ਲੱਗੀ। ਬਹੁਤ ਸੂਲ ਕਠਣ ਹੁੰਦੀ ਹੈ, ਤੁਹਾਨੂੰ ਪਤਾ। ਰੇਰੂ ਦੀ ਸੂਲ ਜਦ ਚਰਨ ਵਿੱਚ ਲੱਗੀ, ਮਹਾਂਪੁਰਖਾਂ ਦੇ ਪੈਰ ਵਿੱਚ ਲੱਗੀ, ਤੇ ਪੈਰ ਵਿੱਚ ਗੁਰਮੁਖੋਂ ਬਹੁਤ ਖੂਨ ਨਿਕਲਿਆ। ਸੂਲਾਂ ਪਈਆਂ ਨੇ। ਸੰਤ ਮਹਾਰਾਜ ਹੱਥ ਜੋੜ ਕੇ ਕਹਿੰਦੇ, ਰਿਸ਼ੀ ਜੀ, ਮਹਾਂਪੁਰਸ਼ੋ, ਜਿੱਥੇ ਤੁਸੀਂ ਤੁਹਾਡੇ ਚਰਨ ਪੈਣ ਲੱਗ ਗਏ ਉੱਥੇ ਸੂਲਾਂ ਕਾਹਨੂੰ ਰਹਿਣਗੀਆਂ? ਉੱਥੋਂ ਕੰਡੇ ਚੁਗੇ ਜਾਣਗੇ। ਅਤੇ ਫਿਰ ਸੰਤ ਬਾਬਾ ਅਤਰ ਸਿੰਘ ਦੀ ਅੰਮ੍ਰਿਤ ਵੇਲੇ ਰੇਰੂ ਦੀ ਡਾਹਣੀ ਫੜ ਕੇ ਬਚਨ ਕਰਦੇ ਨੇ। ਰੇਰੂ ਦੇ ਨਾਲ ਬਚਨ ਹੋ ਰਹੇ ਨੇ। ਸੰਤ ਅਤਰ ਸਿੰਘ ਜੀ ਕਹਿੰਦੇ, ਓਏ ਗੁਰਮੁਖਾ, ਰੇਰੂ ਦੇ ਦਰਖਤਾਂ, ਇੱਥੇ ਤਾਂ ਗੁਰੂ ਨਾਨਕ ਦੀ ਸ਼ਰਨ ਵਿੱਚ ਆ ਕੇ ਕੌਡੇ ਰਾਖਸ਼ ਵਰਗਿਆਂ ਨੇ, ਬਲੀ ਕੰਧਾਰੀ ਵਰਗਿਆਂ ਨੇ ਆਪਣਾ ਸੁਭਾਅ ਛੱਡਤਾ, ਭੂਮੀ ਚੋਰ ਵਰਗਿਆਂ ਨੇ ਆਪਣਾ ਸੁਭਾਅ ਛੱਡਤਾ, ਤੂੰ ਵੀ ਕੰਡਿਆਂ ਵਾਲਾ ਸੁਭਾਅ ਛੱਡ ਦੇ। ਕਹਿੰਦੇ ਸਵੇਰੇ ਨੂੰ ਕੰਡੇ ਖਤਮ, ਇਕੱਲੀ ਲੁੰਗ ਲੁੰਗ ਰਹਿ ਗਈ ਸੀ। ਬੋਲੋ ਸਤਿਨਾਮ। ਇਹ ਬਾਬਾ ਜੀ ਸੰਤ ਮਹਾਰਾਜ ਦੇ ਬਚਨ ਹਨ, ਸੰਤ ਬਾਬਾ ਅਤਰ ਸਿੰਘ ਜੀ ਦੇ। ਅੱਜ ਦੁਨੀਆ ਦੇ ਗੁਰਮੁਖੋ ਇਹ ਬਚਨਾਂ ਦੀ ਸਾਰ ਨਹੀਂ ਹੈ। ਦੁਨੀਆ ਦੇ ਵਿੱਚ ਦੇਖਦੇ ਹਾਂ, ਕਹਿੰਦੇ ਜੀ ਇਹ ਬਾਬਾਵਾਦ, ਇਹ ਪਖੰਡਵਾਦ। ਪਰ ਜਿਹਨੂੰ ਅਸੀਂ ਪਖੰਡਵਾਦ ਕਹਿੰਦੇ ਹਾਂ, ਬਾਬਾਵਾਦ ਕਹਿੰਦੇ ਹਾਂ, ਅੱਜ ਉਹੀ ਲੰਗਰਾਂ ਦੇ ਟਰਾਲੇ ਭਰੇ ਫਿਰਦੇ ਨੇ ਆ ਕਿਸਾਨਾਂ ਵਾਸਤੇ। ਕਿਤੇ ਮਰਜ਼ੀ ਜਾਓ, ਅੱਜ ਉਹੀ ਮਸਤਵਾਣਾ ਸਾਹਿਬ ਤੋਂ ਅਕਾਲ ਕਾਲਜ ਕੌਂਸਲ ਵੱਲੋਂ ਬੜਾ ਲੰਗਰ ਜਾ ਰਿਹਾ ਹੈ। ਮਾਤਾ ਭੋਲੀ ਜੀ ਦੇ ਸਥਾਨ ਤੋਂ ਬਾਬਾ ਹਰਬੰਸ ਸਿੰਘ ਜੀ ਹੁਣੀ ਮੈਨੂੰ ਦੱਸ ਰਹੇ ਸੀ ਇੱਕ ਦਿਨ, ਕਹਿੰਦੇ ਹਰ ਰੋਜ਼ 6 ਜਗ੍ਹਾ 'ਤੇ ਲੰਗਰ ਲਾਈਦਾ। 6 ਜਗ੍ਹਾ 'ਤੇ, ਜਿੱਥੇ ਜਿੱਥੇ ਵੀ ਕੋਈ ਕਹਿੰਦਾ ਕਿੱਥੋਂ ਬਣਦਾ ਪ੍ਰਸਾਦਾ, ਅਤੇ ਗੁਰਮੁਖੋ ਅਸੀਂ ਉਹਨਾਂ ਨੂੰ ਬਾਬਾਵਾਦ ਕਹਿ ਕੇ ਜਾਂ ਡੇਰਾਵਾਦ ਕਹਿ ਕੇ ਠਕਰਾਈ ਜਾਈਏ। ਕਿਉਂ ਸਾਡਾ ਇਹ ਮਾੜਾ ਕੰਮ ਨਹੀਂ? ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਦੇ ਸਥਾਨ ਨੂੰ ਗੁਰਮੁਖੋ ਅਸੀਂ ਕਿਵੇਂ ਨਿੰਦ ਸਕਦੇ ਹਾਂ? ਉਹ ਟਾਈਮ ਦੇ ਵਿੱਚ ਮਹਾਂਪੁਰਖਾਂ ਨੇ 18 ਲੱਖ ਤੋਂ ਵੱਧ ਪ੍ਰਾਣੀ ਨੂੰ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾ ਕੇ ਗੁਰੂ ਕੇ ਜਹਾਜ਼ ਚਾੜਿਆ। ਬੋਲੋ ਸਤਿਨਾਮ। ਕਿੱਡਾ ਕਾਰਜ ਸੰਤ ਮਹਾਰਾਜ ਨੇ ਕੀਤਾ। ਆਓ ਗੁਰਮੁਖੋ, ਬੜੇ ਪ੍ਰੇਮ ਦੀਆਂ ਬਾਤਾਂ ਨੇ। ਹੁਣ ਸਮਾਂ ਵਿਸਤਾਰ ਵਿੱਚ ਜਾਣ ਦਾ ਨਹੀਂ ਹੈ। ਗੁਰੂ ਕਿਰਪਾ ਕਰੇ ਇਸ ਤਾਂ ਮਹਾਂਪੁਰਖਾਂ ਦੇ ਰੇਣ ਬਣੇ ਰਹੀਏ, ਧੂੜ ਬਣੇ ਰਹੀਏ। ਬੱਗੀ ਜਿਵੇਂ ਕਿਸੇ ਦਾ ਸੁਭਾਅ ਹੈ, ਉਹ ਆਪਣਾ ਆਪਣਾ ਕਰੀ ਜਾਂਦੇ ਨੇ। ਅਸੀਂ ਆਪਣਾ ਸੁਭਾਅ ਨਾ ਛੱਡੀਏ। ਅਸੀਂ ਗੁਰਮੁਖੋ ਆਪਣਾ ਸੁਭਾਅ ਨਾ ਛੱਡੀਏ ਅਤੇ ਦੁਨੀਆ ਨੇ ਆਪਣਾ ਸੁਭਾਅ ਨਹੀਂ ਛੱਡਣਾ। ਸਾਡੀ ਡਿਊਟੀ ਲੱਗੀ ਹੈ ਮਹਾਂਪੁਰਖਾਂ ਦੀ ਵਡਿਆਈ ਕਰਨ ਵਾਸਤੇ, ਗੁਰੂ ਦੀ ਵਡਿਆਈ ਕਰਨ ਵਾਸਤੇ, ਗੁਰੂ ਦੀ ਸ਼ੋਭਾ ਕਰਨ ਵਾਸਤੇ। ਮਹਾਂਪੁਰਖ ਬੜੇ ਪਿਆਰ ਨਾਲ ਕਹਿੰਦੇ ਹੁੰਦੇ, ਉਹ ਗੈਲ ਸੰਤਾਂ ਦੀ ਕਦੇ ਨਾ ਬਾਈ ਛੱਡੀਏ, ਪਿੱਛੇ ਪਿੱਛੇ ਲੱਗ ਚੱਲੀਏ, ਸੰਤਾਂ ਦੀ ਕਦੇ ਨਾ ਛੱਡੀਏ, ਪਿੱਛੇ ਪਿੱਛੇ ਲੱਗ ਚੱਲੀਏ। ਸੰਤਾਂ ਦੀ ਕਦੇ ਨਾ ਬਾਈ ਛੱਡੀਏ, ਕਦੇ ਨਾ ਛੱਡੀਏ, ਦੇ ਬਿੱਦੇ ਲੱਗ ਚੱਲੀਏ, ਸੰਤਾਂ ਦੀ ਕਦੇ ਨਾ ਛੱਡੀਏ, ਦੇ ਬਿੱਦੇ ਲੱਗ ਚੱਲੀਏ।
प्यारे जी विदे विदे लग चलिए, प्यारे जी विदे विदे लग चलिए। गज के भाई संतां दी कदे ना भाई गड्डिए, गैल संतां दी कदे ना भाई गड्डिए। कबीर संत की गैल न सोडिए, मार्ग लागे जाओ एक तही पनीत होए, एटत जपिया नाओ। आओ साध संगत जी बड़े आनंद विच उपमा कीती है, महापुरुषां की शोभा कीती है। महापुरखां दे आनंद च बैठिया नाल वकीरां दे मता पका के पैर पिछे की धरना, सुख दुख भुख ध्याया कटनी, फकीरां नूं की डरना। ते गुरमुखो जद मते पका लिया भी फकीरां दी मंडली च जाना है, फिर पिछे जे पैर खिੱਚੀ जाना, ਉਹਦਾ फायदा की होया? फिर दुख आउंदा है भावें सुख आउंदा है, फिर तां जे मौत भी आउंदी है फिर भी कोई डर नहीं। फकीर मारे भावें छड्डे, फिर तां आनंद तुरिया चल, फिर डोलना जद पहली देख के निहोला, पहली देख के बच के चल, क्योंकि फकीरां दा आनंद हुंदा है। 12 साल रहे साधुआं दी टोली, किते फिर आउंदी है साधुआं दी बोली। महापुरख सिवड़ा साहिब वाले वचन करदे कि फकीरां दी जे बोली ਉਹ सिखणी है ना, 12 साल गालने पैणगे। बोलो सतनाम। ਐਵੇਂ नहीं बांह फड़ाउंदे फकीर। आओ गुरमुखो, धन धन बाबा जगीर सिंह जी उन्हां दा बरसी जोड़ मेला शुरू हो गया। लगभग 13ਵੀਂ शायद ये बरसी महापुरखों की शुरू हो चुकी है। तो 12-13 साल के कोई लंघे साढ़े विछोड़े च। बस हुण विछोड़ा तो काहदा है, उन्होंने आए साल जोड़ मेले भरने शुरू हो गए। इत्थे माई बैठी है क्योंकि जोगे वाले परिवारों चों माता जी इत्थे बैठा सारा परिवार। माई कहती होंदी कि बाबा जी मैनू नाले थप्पड़ मारी जाते, गालां कढ़ी जाते, ते नाले कही जाते देखेंगी इत्थे मेले भरिया करनगे। बोलो सतनाम। देखेंगे भाई इत्थे मेले आ, हुण मेलियां तो किते घट है। अजोड़ मेले बहुत बड़ा आनंद बनया होया है। 2 दसंबर तक महाराज की कृपा रहनी है। हुण अपने कोले इसे तरह ही 16 जाप तक जाप की अपनी समाप्ति है। फिर अखंड पाठां का आनंद वरती जाना है, तो कीर्तन का महाराज कृपा रखे आई टुट आनंद चली जाए। होर अपने कोले बथेरे कीर्तनीय पाठी सिंघां ने आ जाना बाहरों, सौड़े वाले महापुरखों के संगियां चों, क्योंकि साडे कोले हर साल की तरह पाठी आउंदे ने। बड़े धनी ने जिहड़े कीर्तन दे, सब नूं हाज़रियां भराई जाया करांगे। बेनतियां करो कि सानू तो उन्हां दा जस, उन्हां दी महिमा सुनाई हो, चलो बस सुणदियां रजीए ना। बस इस तरह नाम दीयां बरकतां मिली जान, खुशियां मिली जान। आओ धन्नवाद सतगुरां दा, महापुरुषां दा, गुरु की संगत दा। आओ हुण इत्थे समाप्ति करिए। भाई गुरतेज सिंह जी होनी सारे, क्योंकि इत्थों के विद्यार्थी सारे असीं सेवादार महापुरखों के चरणों च बरकतां मिलियां हुई ने। बड़े परिवार सलेसा नगर तो होर चंगाल तक मैं रात भी कहा सी, क्योंकि लम्मी गिणती है, बहुत प्यार वाली संगत बैठी है। इसे तरह ही भाई सारे हाज़रियां भरिया करो। रहिंदे दिनां विच पूरा पूरा लाहा प्राप्त करके अपना जिहड़ा मनुखा जीवन है उसनूं सफल करो जी। आओ हुण श्लोक पढ़ के समाप्त करिए।
ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ। ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ। ਹਾਂ ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ। ਸ਼ਲੋਕ ਪਾਵਨ ਗੁਰੂ ਬਾਣੀ ਪਿਤਾ, ਮਾਤਾ ਦਰਦ ਨਿਵਸ ਰਾਤ ਦੋਏ ਦਾਈ ਦਾਇਆ। ਦਿਵਸ ਰਾਤ ਦੋਏ ਦਾਈ ਦਾਇਆ, ਖੇਲੇ ਸਗਲ ਜਗਤ ਚੰਗਿਆਈਆਂ ਵਰਿਆਈਆਂ। ਚੰਗਿਆਈਆਂ ਵਰਿਆਈਆਂ, ਵਾਜੇ ਧਰਮ ਹਜ਼ੂਰ ਕਰਮੀ ਆਪੂ ਆਪਣੀ। ਕਰਮੀ ਆਪੂ ਆਪਣੀ, ਜੇ ਨੇੜੇ ਕੈ ਦੂਰ ਜਿਨੀ ਨਾਮ ਤੇ ਆਇਆ। ਆ ਜਿਨੀ ਨਾਮ ਤੇ ਆਇਆ, ਤੇ ਬਸਗਤ ਕਾਲ ਨਾਨਕ ਦੇਵ ਗੂਜਲੇ। ਗੇਦੀ ਸੁੱਟੀ ਨਾਲ ਜਿਨੀ ਨਾਮ, ਜਿਨੀ ਨਾਮ ਤੇ ਆਇਆ। ਇਹ ਬਸਗਤ ਨਾਨਕ ਦੇਵ ਗੂਜਲੇ।